काफ़ी ज़्यादा ਅਸੀਂ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਕਿ EVS ਦਾ ਪੇਪਰ ਪਾਓ, ਕਿਉਂਕਿ ਉਹਨਾਂ ਦਾ ਕੱਲ ਪੇਪਰ ਹੈ 29 ਤਰੀਕ ਨੂੰ। ਤਾਂ ਇਸ ਵੀਡੀਓ ਦੇ ਵਿੱਚ ਆਹ ਪੂਰਾ ਕੁਐਸਚਨ ਪੇਪਰ ਸੋਲਵ ਕਰਾਂਗੇ, ਠੀਕ ਹੈ ਜੀ। ਤਾਂ ਦੇਖ ਸਕਦੇ ਹੋ ਦੋਸਤੋ, ਇਹ ਇੱਕ ਕੁਐਸਚਨ ਪੇਪਰ ਹੈ ਜੋ ਕਿ ਕਿਸੇ ਸਕੂਲ ਦਾ ਹੀ ਹੋਣਾ। ਦੇਖ ਸਕਦੇ ਹੋ ਸਤੰਬਰ 2022 ਪ੍ਰੀਖਿਆ, ਠੀਕ ਹੈ। ਵਿਸ਼ਾ EVS ਜਿਹੜਾ ਹੈਗਾ 45 ਨੰਬਰ ਦਾ ਇਹ ਤੁਹਾਡਾ ਪੇਪਰ ਹੋਣਾ। 2 ਘੰਟੇ ਤੁਹਾਨੂੰ ਮਿਲਣਗੇ। ਤਾਂ ਬਹੁ ਵਿਕਲਪੀ ਕੁਐਸਚਨ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ। ਪੂਰਾ ਕੁਐਸਚਨ ਸੋਲਵ ਕਰਾਵਾਂਗੇ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਠੀਕ ਹੈ ਜੀ। ਆਹ ਤੁਹਾਡਾ ਕੁਐਸਚਨ ਪੇਪਰ ਹੋ ਗਿਆ ਤੇ ਥੱਲੇ ਦੋਸਤੋ ਆਨਸਰ ਇਹਨਾਂ ਦੇ ਦੇਖ ਲੈਂਦੇ ਹਾਂ। ਪਹਿਲਾਂ ਕੁਐਸਚਨ ਕੀ ਹੈ ਦੋਸਤੋ, ਉੱਪਰ ਦੇਖ ਲੈਂਦੇ ਹਾਂ। ਤਾਂ ਦੇਖੋ ਦੋਸਤੋ, ਕੁਨੀਨ ਕਿਸ ਪੌਦੇ ਤੋਂ ਪ੍ਰਾਪਤ ਕੀਤੀ ਜਾਂਦੀ ਹੈ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਸਾਡੇ ਕੋਲ ਕੀ ਆ ਜਾਏਗਾ ਦੋਸਤੋ? ਇਸ ਦਾ ਜਿਹੜਾ ਰਾਈਟ ਆਨਸਰ ਹੈ ਬਿਲਕੁਲ ਦੋਸਤੋ ਆਪਣਾ ਆ ਜਾਏਗਾ ਸਿਨਕੋਨਾ, ਠੀਕ ਹੈ ਜੀ। ਸਿਨਕੋਨਾ ਇਸ ਦਾ ਬਿਲਕੁਲ ਸਹੀ ਆਨਸਰ ਆ ਜਾਏਗਾ, ਠੀਕ ਹੈ ਜੀ। ਤੇ ਦੋਸਤੋ ਅਗਲਾ ਪ੍ਰਸ਼ਨ ਹੈ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਜੰਤੂ ਜਿਹੜਾ ਹੈਗਾ ਸ਼ਾਕਾਹਾਰੀ ਹੈ? ਤਾਂ ਦੋਸਤੋ ਇਹ ਹਿਰਨ, ਠੀਕ ਹੈ ਜੀ। ਜਿਹੜਾ ਆਪਣਾ ਹਿਰਨ ਹੈ ਉਹ ਸ਼ਾਕਾਹਾਰੀ ਹੈ, ਤਾਂ ਇਸ ਦਾ ਜਿਹੜਾ ਆਨਸਰ ਆ ਜਾਏਗਾ ਹਿਰਨ, ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਆਪਣਾ ਹੈ ਕੁਐਸਚਨ, ਦੇਖ ਸਕਦੇ ਹੋ ਦੋਸਤੋ, ਭਾਰਤ ਵਿੱਚ ਕਿੰਨੇ ਜੀਵ ਮੰਡਲ ਰਿਜ਼ਰਵ ਹਨ? ਠੀਕ ਹੈ ਜੀ। ਤਾਂ ਦੋਸਤੋ 18 ਜੀਵ ਮੰਡਲ ਰਿਜ਼ਰਵ ਹਨ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਜਿਹੜਾ ਹੈਗਾ ਵਾ ਆਰਥਿਕ ਵਿਕਾਸ ਦਾ ਦੋਸਤੋ ਮਹੱਤਵਪੂਰਨ ਸੰਕੇਤ ਕੀ ਹੈ? ਤਾਂ ਦੋਸਤੋ ਇਸ ਦਾ ਜਿਹੜਾ ਹੈਗਾ ਵਾ A ਅਤੇ B ਦੋਨੋਂ, ਯਾਨੀ ਕਿ ਦੋਸਤੋ ਉਦਯੋਗੀਕਰਨ ਵੀ ਤੇ ਸ਼ਹਿਰੀਕਰਨ ਵੀ, ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਦੋਸਤੋ ਮਨੁੱਖ ਦੀ ਮੁੱਢਲੀ ਜ਼ਰੂਰਤ ਕੀ ਹੈ? ਤਾਂ ਦੋਸਤੋ ਮਨੁੱਖ ਦੀ ਜਿਹੜੀ ਹੈਗੀ ਆ ਮੁੱਢਲੀ ਜ਼ਰੂਰਤ ਕੀ ਹੈ? ਤਾਂ ਦੇਖ ਸਕਦੇ ਹੋ ਦੋਸਤੋ ਪੰਜਵੇਂ ਦਾ ਜਿਹੜਾ ਆਨਸਰ ਆ ਜਾਏਗਾ ਉਹ ਆਏਗਾ ਉਪਰੋਕਤ ਸਾਰੇ, ਯਾਨੀ ਕਿ ਦੋਸਤੋ ਕੀ ਹੈ ਮੁੱਢਲੀ ਜ਼ਰੂਰਤ? ਆਹ ਦੇਖ ਸਕਦੇ ਹੋ ਦੋਸਤੋ ਭੋਜਨ ਵੀ ਜ਼ਰੂਰੀ ਹੈ, ਠੀਕ ਹੈ ਜੀ। ਤੇ ਆਵਾਸ ਜਿਹੜਾ ਹੈਗਾ ਆਵਾਸ ਵੀ ਜ਼ਰੂਰੀ ਹੈ ਤੇ ਕੱਪੜਾ ਵੀ ਜ਼ਰੂਰੀ ਹੈ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਉਪਰੋਕਤ ਸਾਰੇ, ਯਾਨੀ ਕਿ ਦੋਸਤੋ ਇਹ ਸਾਰਾ ਕੁਝ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਹਾਂਜੀ, ਤਾਂ ਦੇਖੋ ਦੋਸਤੋ ਖਾਲੀ ਥਾਵਾਂ ਭਰੋ। ਤਾਂ ਦੇਖੋ ਪ੍ਰੋਜੈਕਟ ਟਾਈਗਰ ਜਿਹੜਾ ਹੈਗਾ ਡੈਸ਼ ਵਿੱਚ ਸ਼ੁਰੂ ਹੋਇਆ, ਤਾਂ ਇਸ ਦਾ ਜਿਹੜਾ ਕੀ ਆ ਜਾਏਗਾ? ਤਾਂ ਦੇਖ ਸਕਦੇ ਦੋਸਤੋ ਜਿਹੜਾ ਹੈਗਾ ਪ੍ਰੋਜੈਕਟ ਟਾਈਗਰ 1973 ਦੇ ਵਿੱਚ ਸ਼ੁਰੂ ਹੋਇਆ ਸੀਗਾ। ਤੇ ਉਸ ਤੋਂ ਬਾਅਦ ਜਿਹੜਾ ਇਹ ਦੋਸਤੋ ਹੋਰ ਜਿਹੜੀਆਂ ਫਿਲਿਪਸਾਂ ਨੇ ਇਹ ਸਾਨੂੰ ਨਹੀਂ ਲੱਭੀਆਂ, ਜਿਵੇਂ ਕਿ ਆਹ ਜੰਗਲਾਂ ਦੀ ਮੌਜੂਦਗੀ ਡੈਸ਼ ਸੂਚਕ ਹਨ। ਤਾਂ ਇਸ ਦਾ ਜਿਹੜਾ ਆਨਸਰ ਤੁਸੀਂ ਕਮੈਂਟਸ ਬਾਕਸ ਦੇ ਵਿੱਚ ਦੱਸਣਾ ਵਾ। ਦੂਸਰੇ ਵਾਲਾ ਦਾ ਵੀ ਵਾਤਾਵਰਣ ਡੈਸ਼ ਲਈ ਇੱਕ ਸਾਧਨ ਅਤੇ ਕੂੜੇਦਾਨ ਦੋਵੇਂ ਹਨ, ਠੀਕ ਹੈ ਜੀ। ਇਹਦਾ ਆਨਸਰ ਵੀ ਸਾਨੂੰ ਨਹੀਂ ਲੱਭਿਆ, ਤੁਸੀਂ ਇਸ ਨੂੰ ਦੱਸਣਾ ਵਾ। ਤੇ ਆਹ ਵਾਲਾ ਤੇ ਆਹ ਵਾਲਾ, ਠੀਕ ਹੈ ਜੀ। ਆਹ ਦੋਨੋਂ ਹੀ, ਜਿਵੇਂ ਕਿ ਆਹ 4 ਕੁਐਸਚਨਾਂ ਦੇ ਆਨਸਰ ਸਾਨੂੰ ਨਹੀਂ ਮਿਲੇ ਹਨ, ਠੀਕ ਹੈ ਜੀ। ਇਹ ਤੁਸੀਂ ਆਪ ਹੀ ਦੱਸਣਾ ਵਾ ਸਾਨੂੰ। ਤੇ ਉਸ ਤੋਂ ਬਾਅਦ ਦੋਸਤੋ ਸਹੀ ਗਲਤ ਚੁਣੋ। ਤਾਂ ਦੇਖੋ ਦੋਸਤੋ ਇਹਦਾ ਕੀ ਹੈ ਕਿ ਸਿੰਚਾਈ ਭੂਮੀ ਨੂੰ ਜਿਹੜੀ ਹੈਗੀ ਆ ਸਿੱਲ ਪ੍ਰਦਾਨ ਕਰਦੀ ਹੈ। ਤਾਂ ਇਸ ਦਾ ਜਿਹੜਾ ਆਨਸਰ ਹੈ ਉਹ ਕੀ ਆ ਜਾਏਗਾ? ਦੇਖ ਸਕਦੇ ਹੋ ਦੋਸਤੋ ਇਸ ਦਾ ਆਨਸਰ ਜਿਹੜਾ ਹੈਗਾ ਟਰੂ ਆ ਜਾਏਗਾ, ਯਾਨੀ ਕਿ ਯਸ, ਠੀਕ ਹੈ ਜੀ। ਉਹ ਸਾਨੂੰ ਸਿੱਲ ਜਿਹੜੀ ਹੈਗੀ ਪ੍ਰਦਾਨ ਕਰਦੀ ਹੈ। ਉਸ ਤੋਂ ਬਾਅਦ ਦੋਸਤੋ ਆਪਣਾ ਹੈ ਕਿ ਜੈਵਿਕ ਵਿਭਿੰਨਤਾ ਤੋਂ ਭਾਵ ਹੈ ਕਿ ਇੱਕ ਖੇਤਰ ਵਿੱਚ ਰਹਿੰਦੇ ਜੀਵ। ਤਾਂ ਦੋਸਤੋ ਦੇਖੋ ਜੈਵਿਕ ਵਿਭਿੰਨਤਾ ਤੋਂ ਭਾਵ ਹੈ ਇੱਕ ਖੇਤਰ ਵਿੱਚ ਰਹਿੰਦੇ ਜੀਵ। ਤਾਂ ਇਸ ਦਾ ਜਿਹੜਾ ਆਨਸਰ ਹੈ ਉਹ ਆ ਜਾਏਗਾ ਟਰੂ, ਠੀਕ ਹੈ ਜੀ, ਯਾਨੀ ਕਿ ਸਹੀ ਹੈ। ਤੇ ਉਸ ਤੋਂ ਬਾਅਦ ਦੋਸਤੋ ਅਗਲਾ ਪ੍ਰਸ਼ਨ ਕੀ ਹੈ ਆਪਣਾ? ਤਾਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਵਾ ਭਾਰਤ ਜਿਹੜਾ ਹੈਗਾ ਕੌਮ ਜਿਹੜਾ ਹੈਗਾ ਵਾ ਜੈਵਿਕ ਵਿਭਿੰਨਤਾ ਦੀ ਅਮੀਰ ਧਰੋਹਰ ਹੈ। ਤਾਂ ਦੋਸਤੋ ਜਿਹੜਾ ਹੈ ਇਸ ਦਾ ਹੈ ਆ ਜਾਏਗਾ ਆਪਣਾ ਸਹੀ, ਹਾਂਜੀ ਹੈ। ਤੇ ਦੋਸਤੋ ਵਿਸ਼ਵ ਵਾਤਾਵਰਣ ਦਿਵਸ 15 ਜੂਨ ਨੂੰ ਮਨਾਇਆ ਜਾਂਦਾ ਹੈ। ਤਾਂ ਦੋਸਤੋ ਗਲਤ, ਠੀਕ ਹੈ ਜੀ। ਦੁਰਘਟਨਾ, ਜਿਨ੍ਹਾਂ ਨੂੰ ਪਤਾ ਹੈ ਕਿ ਬਈ ਜਿਹੜਾ ਹੈਗਾ ਵਿਸ਼ਵ ਵਾਤਾਵਰਣ ਦਿਵਸ ਕਿੰਨੇ ਨੂੰ ਮਨਾਇਆ ਜਾਂਦਾ, ਉਸਦਾ ਜਿਹੜਾ ਹੈਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਅਗਰ ਤੁਹਾਨੂੰ ਨਹੀਂ ਪਤਾ ਹੈ ਤਾਂ ਗੂਗਲ ਕਰਿਓ ਕਿ ਜਿਹੜਾ ਹੈਗਾ ਵਰਲਡ ਇਨਵਾਇਰਨਮੈਂਟ ਡੇ ਕਦੋਂ ਮਨਾਇਆ ਜਾਂਦਾ ਵਾ। ਤਾਂ ਇਹ ਤੁਹਾਨੂੰ ਗੂਗਲ 'ਤੇ ਦੱਸ ਦੇਣਗੇ, ਠੀਕ ਹੈ ਜੀ। ਇਹ 15 ਜੂਨ ਨਹੀਂ ਹੈਗੀ। ਸਹੀ ਡੇਟ ਕਿਹੜੀ ਹੈ ਤੁਸੀਂ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵਾ। ਅਗਰ ਨਹੀਂ ਪਤਾ ਹੈਗਾ ਗੂਗਲ 'ਤੇ ਕਰਿਓ ਤੇ ਤੁਹਾਨੂੰ ਪਤਾ ਲੱਗ ਜਾਏਗਾ, ਠੀਕ ਹੈ ਜੀ। ਦੁਰਘਟਨਾ ਅਚਾਨਕ ਨਹੀਂ ਹੁੰਦੀਆਂ, ਠੀਕ ਹੈ ਜੀ। ਦੁਰਘਟਨਾਵਾਂ ਅਚਾਨਕ ਨਹੀਂ ਹੁੰਦੀਆਂ, ਗਲਤ, ਠੀਕ ਹੈ ਜੀ। ਇਹਦਾ ਆਨਸਰ ਆ ਜਾਏਗਾ ਕਿ ਗਲਤ ਹੈ। ਇੱਥੇ ਵੀ ਦੇਖ ਸਕਦੇ ਹੋ ਤੁਸੀਂ, ਠੀਕ ਹੈ। ਤੇ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਆਨਸਰ ਆਪਾਂ ਦੇਖਦੇ ਹਾਂ ਇਹ ਵਾਲੇ ਕੁਐਸਚਨ ਜਿਹੜੇ ਹੈਗੇ ਨੇ ਤੁਹਾਡੇ। ਹਾਂਜੀ, ਤਾਂ ਦੇਖੋ ਦੋਸਤੋ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇ ਆਨਸਰ ਦੇਖਦੇ ਹਾਂ ਆਪਾਂ। ਤਾਂ ਦੇਖੋ ਦੋਸਤੋ 2 ਪਵਿੱਤਰ ਪੌਦਿਆਂ ਦੇ ਨਾਂ ਲਿਖੋ। ਦੋਸਤੋ ਦੇਖ ਸਕਦੇ ਹੋ ਕਿ 2 ਪਵਿੱਤਰ ਪੌਦੇ ਕਿਹੜੇ ਹਨ? ਸਾਡੇ ਤੁਲਸੀ ਅਤੇ ਪਿੱਪਲ ਜਿਹੜੇ ਹੈਗੇ ਆ 2 ਪਵਿੱਤਰ ਪੌਦੇ ਹਨ। ਉਸ ਤੋਂ ਬਾਅਦ ਦੋਸਤੋ ਆਪਣਾ ਜਿਹੜਾ ਅਗਲਾ ਪ੍ਰਸ਼ਨ ਹੈ ਉਹ ਹੈਗਾ ਕਿ GDP ਦਾ ਪੂਰਾ ਨਾਂ ਲਿਖੋ। ਤਾਂ ਦੋਸਤੋ GDP ਦਾ ਪੂਰਾ ਨਾਂ ਕੀ ਆ ਜਾਏਗਾ? ਤਾਂ GDP ਦਾ ਦੋਸਤੋ ਪੂਰਾ ਨਾਮ ਆ ਜਾਏਗਾ ਗ੍ਰੋਸ ਡੋਮੈਸਟਿਕ ਪ੍ਰੋਡਕਟ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕੀ ਹੈ ਆਪਣਾ? ਦੇਖ ਸਕਦੇ ਹੋ ਦੋਸਤੋ ਕਿ ਇਹ ਕਿਸ ਨੇ ਕਿਹਾ ਹੈ ਕਿ ਜਿਹੜਾ ਹੈਗਾ ਭਾਖੜਾ ਨੰਗਲ ਭਾਰਤ ਦਾ ਇੱਕ ਮੰਦਿਰ ਹੈ, ਠੀਕ ਹੈ ਜੀ। ਤਾਂ ਦੋਸਤੋ ਇਹ ਕਿਹਾ ਸੀਗਾ ਜਿਹੜੇ ਆਪਣੇ ਕੌਣ ਇਹ ਸੀਗੇ ਦੋਸਤੋ ਆਪਣੇ ਜਿਹੜੇ ਹੈਗੇ ਜਵਾਹਰ ਲਾਲ ਨਹਿਰੂ ਨੇ ਕਿਹਾ ਸੀਗਾ, ਜਿਹੜੇ ਆਪਣੇ ਪ੍ਰਧਾਨ ਮੰਤਰੀ ਸੀਗੇ, ਠੀਕ ਹੈ ਜੀ, ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਇਹ ਗੱਲ ਕਹੀ ਸੀ। ਤੇ ਉਸ ਤੋਂ ਬਾਅਦ ਦੋਸਤੋ ਅਗਲਾ ਪ੍ਰਸ਼ਨ ਹੈ ਕਿ ਦੇਖੋ ਹਾਂਜੀ, ਤਾਂ ਭਾਰਤ ਵਿੱਚ ਦੋਸਤੋ ਕਿੰਨੀਆਂ ਜੀਵ ਜਿਹੜੀਆਂ ਹੈਗੀਆਂ ਨੇ ਮੰਡਲ ਰੱਖਾਂ ਹਨ, ਠੀਕ ਹੈ ਜੀ। ਤਾਂ ਇਹਦਾ ਆਨਸਰ ਵੀ ਸਾਨੂੰ ਕਨਫਰਮ ਨਹੀਂ ਹੈਗਾ, ਠੀਕ ਹੈ। ਇਹਦਾ ਆਨਸਰ ਵੀ ਦੋਸਤੋ ਤੁਸੀਂ ਖੁਦ ਹੀ ਲੱਭਣਾ ਵਾ, ਠੀਕ ਹੈ ਜੀ। ਤਾਂ ਇੱਥੇ ਤਾਂ ਦੋਸਤੋ 18 ਲਿਖਿਆ ਹੋਇਆ ਵਾ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ। ਹਾਂਜੀ, ਤਾਂ ਇੱਥੇ ਦੋਸਤੋ ਲਿਖਿਆ ਹੋਇਆ ਵਾ ਅਸੀਂ 18, ਠੀਕ ਹੈ ਜੀ। ਬਟ ਦੋਸਤੋ ਇਹ ਕਨਫਰਮ ਨਹੀਂ ਹੈਗਾ, ਇਹ ਤੁਸੀਂ ਖੁਦ ਆਪਣੀ ਬੁੱਕ ਦੇ ਵਿੱਚ ਵੀ ਮਿਲਾ ਲੈਣਾ ਵਾ ਇੱਕ ਵਾਰੀ, ਠੀਕ ਹੈ ਜੀ। 18 ਮੇਰੇ ਵੱਲੋਂ ਐਕਸਪੈਕਟਡ ਆ, ਬਿਲਕੁਲ ਕਨਫਰਮ ਨਹੀਂ ਕਹਿ ਸਕਦੇ, ਠੀਕ ਹੈ ਜੀ। ਬਾਕੀ ਤੁਸੀਂ ਆਪਣੀ ਬੁੱਕ ਦੇ ਵਿੱਚ ਵੀ ਮਿਲਾ ਲੈਣਾ ਵਾ। ਤੇ ਅਗਲਾ ਪ੍ਰਸ਼ਨ ਕੀ ਹੈ? ਤਾਂ ਅਗਲਾ ਪ੍ਰਸ਼ਨ ਦੋਸਤੋ ਦੇਖ ਸਕਦੇ ਹੋ ਭਾਰਤ ਵਿੱਚ ਜਿਹੜਾ ਹੈਗਾ ਧੁਨੀ ਦੇ ਪੱਧਰ ਨੂੰ ਦੋਸਤੋ ਮਾਪਣ ਦੀ ਇਕਾਈ ਕੀ ਹੈ? ਤਾਂ ਦੋਸਤੋ ਧੁਨੀ ਦੇ
ਜਿਹੜੇ ਹੈਗਾ ਪੱਧਰ ਨੂੰ ਮਾਪਣ ਦੀ ਇਕਾਈ ਜਿਹੜੀ ਹੈਗੀ ਆ ਉਹ ਹੈਗੀ ਆ ਦੋਸਤੋ ਡੈਸੀਬਲ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਦੋਸਤੋ 2 ਮਾਰਕਸ ਵਾਲੇ ਪ੍ਰਸ਼ਨ ਦੇਖ ਲੈਂਦੇ ਆ। ਤਾਂ ਦੇਖੋ ਦੋਸਤੋ ਇਹਦਾ ਜਿਹੜਾ ਆਪਣਾ ਕੁਐਸਚਨ ਆ ਜਾਏਗਾ 2 ਮਾਰਕਸ ਵਾਲਾ। ਤਾਂ ਦੇਖੋ ਦੋਸਤੋ ਅਗਲਾ ਕੁਐਸਚਨ ਕੀ ਹੈ ਕਿ 2 ਦਵਾਈ ਦੇਣ ਵਾਲੇ ਪੌਦਿਆਂ ਦੇ ਨਾਂ ਦੱਸੋ। ਠੀਕ ਹੈ ਜੀ। 2 ਦਵਾਈਆਂ ਇਹਨਾਂ ਦੇ ਪੌਦਿਆਂ ਦੇ ਨਾਂ ਦੱਸੋ ਅਤੇ ਇਹਨਾਂ ਦੇ ਲਾਭ ਵੀ ਦੱਸੋ। ਠੀਕ ਹੈ ਜੀ। ਆਹ ਗੱਲ ਦੱਸੀ ਇਹਨਾਂ ਨੇ, ਫਾਇਦੇ ਵੀ ਦੱਸੋ। ਠੀਕ ਹੈ ਜੀ। 2 ਚੀਜ਼ਾਂ ਪੁੱਛੀਆਂ ਹਨ। ਤਾਂ ਆਪਾਂ ਨਾਮ ਦੇਖਦੇ ਹਾਂ ਤੇ ਉਹਨਾਂ ਦੇ ਲਾਭ ਵੀ ਦੇਖਦੇ ਹਾਂ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਤੁਲਸੀ ਅਤੇ ਦੋਸਤੋ ਸਿਨਕੋਨਾ ਠੀਕ ਹੈ ਜੀ ਜਿਹੜੇ ਹੈਗੇ ਦਵਾਈ ਦੇਣ ਵਾਲੇ ਪੌਦੇ ਹਨ। ਤੇ ਇਹਦੇ ਤੋਂ ਕੀ ਲਾਭ ਹੁੰਦਾ ਵਾ ਦੋਸਤੋ, ਇਹ ਸਰਦੀ ਜ਼ੁਕਾਮ ਦੀ ਦਵਾਈ ਬਣਾਉਣ ਵਿੱਚ ਮਦਦ ਕਰਦੀ ਹੈ। ਠੀਕ ਹੈ ਜੀ। ਤੇ ਜਿਹੜਾ ਹੈਗਾ ਸਿਨਕੋਨਾ ਦੋਸਤੋ, ਸਿਨਕੋਨਾ ਮਲੇਰੀਆ ਦੀ ਦਵਾਈ ਜਿਹੜੀ ਹੈਗੀ ਆ ਉਹ ਸਿਨਕੋਨਾ ਰਾਹੀਂ ਬਣਾਈ ਜਾਂਦੀ ਹੈ। ਠੀਕ ਹੈ ਜੀ। ਮਲੇਰੀਆ ਦੀ ਦਵਾਈ ਸਿਨਕੋਨਾ ਰਾਹੀਂ ਬਣਾਈ ਜਾਂਦੀ ਆ। ਤੇ ਉਸ ਤੋਂ ਬਾਅਦ ਦੋਸਤੋ ਅਗਲਾ ਪ੍ਰਸ਼ਨ ਸੀਗਾ ਕਿ ਆਪਣਾ ਅਪਾਰ ਜਿਹੜਾ ਹੈਗਾ ਪਾਰਦਰਸ਼ੀ ਕੀ ਹੁੰਦਾ ਵਾ। ਤਾਂ ਦੋਸਤੋ ਜਿਸ ਵਸਤੂ ਦੇ ਅਪਾਰ ਜਿਹੜਾ ਹੈਗਾ ਆਰ ਪਾਰ ਨਾ ਦੇਖਿਆ ਜਾ ਸਕੇ, ਠੀਕ ਹੈ ਜੀ, ਉਸ ਨੂੰ ਅਪਾਰਦਰਸ਼ੀ ਕਿਹਾ ਜਾਂਦਾ ਹੈ। ਠੀਕ ਹੈ। ਤੇ ਅਗਲਾ ਪ੍ਰਸ਼ਨ ਦੋਸਤੋ ਆਪਣਾ ਹੈਗਾ, ਦੇਖ ਲੈਂਦੇ ਹਾਂ ਆਪਾਂ। ਤਾਂ ਅਗਲਾ ਪ੍ਰਸ਼ਨ ਹੈ ਦੋਸਤੋ ਕਿ ਬਈ ਪ੍ਰੋਜੈਕਟ ਟਾਈਗਰ ਤੋਂ ਕੀ ਭਾਵ ਹੈ। ਤਾਂ ਦੋਸਤੋ ਪ੍ਰੋਜੈਕਟ ਟਾਈਗਰ, ਤਾਂ ਪ੍ਰੋਜੈਕਟ ਟਾਈਗਰ ਦੋਸਤੋ ਕੀ ਭਾਵ ਹੈ। ਤਾਂ ਇਹ ਵੀ ਆਨਸਰ ਦੇਖ ਲੈਂਦੇ ਹਾਂ ਆਪਾਂ ਕਿ ਪ੍ਰੋਜੈਕਟ ਟਾਈਗਰ ਭਾਰਤ ਸਰਕਾਰ ਦੁਆਰਾ 1973 ਵਿੱਚ ਆਰੰਭ ਕੀਤਾ ਗਿਆ ਸੀ। ਠੀਕ ਹੈ ਜੀ। ਜਿਸ ਵਿੱਚ ਅਧੀਨ ਚੀਤਿਆਂ ਨੂੰ ਸੁਰੱਖਿਆ ਦੇਣਾ ਅਤੇ ਉਹਨਾਂ ਦੀ ਜਨਸੰਖਿਆ ਵਿੱਚ ਵਾਧਾ ਕਰਨਾ ਸੀਗਾ। ਤੇ ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਅਗਲਾ ਪ੍ਰਸ਼ਨ ਹੈ ਕਿ ਇਕੋਮਾਰਕ ਸਕੀਮ ਤੋਂ ਕੀ ਭਾਵ ਹੈ। ਤਾਂ ਦੋਸਤੋ ਵਾਤਾਵਰਣ ਅਤੇ ਜੰਗਲ ਤੇ ਜੰਗਲੀ ਜੀਵ ਨਾਲ ਸੰਬੰਧਿਤ ਵਿਭਾਗ ਨੇ 1991 ਵਿੱਚ ਇਕੋਮਾਰਕ ਸਕੀਮ ਸ਼ੁਰੂ ਕੀਤੀ, ਜਿਸ ਦਾ ਦੋਸਤੋ ਮੰਤਵ ਵਾਤਾਵਰਣ ਅਨੁਕੂਲ ਉਤਪਾਦਾਂ ਨੂੰ ਅੰਕਿਤ ਕਰਨਾ ਸੀ। ਅੰਕਿਤ ਕਰਨ ਦੇ ਢੰਗ ਨੂੰ ਇਕੋਮਾਰਕ ਸਕੀਮ ਕਹਿੰਦੇ ਹਨ। ਠੀਕ ਹੈ ਜੀ। ਤਾਂ ਇਕੋਮਾਰਕ ਹੋ ਗਿਆ। ਹਾਂਜੀ। ਤਾਂ ਹੁਣ ਦੋਸਤੋ ਇੱਥੇ ਤੁਹਾਡਾ ਕਿਹੜਾ ਸੀਗਾ ਕੁਐਸਚਨ, ਹਾਂਜੀ ਆਹ ਵਾਲਾ ਕੁਐਸਚਨ ਸੀਗਾ ਇਕੋਮਾਰਕ ਕੀ ਤੋਂ ਕੀ ਭਾਵ ਹੈ। ਤਾਂ ਹੁਣ ਦੋਸਤੋ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ। ਦੋਸਤੋ ਦੇਖੋ 2 ਤਰ੍ਹਾਂ ਦੇ ਵਿਕਾਸ ਨੇ। ਇੱਕ ਤਾਂ ਹੈਗਾ ਆਰਥਿਕ ਵਿਕਾਸ ਤੋਂ ਕੀ ਭਾਵ ਹੈ। ਤਾਂ ਇਸ ਵਿੱਚ ਦੋਸਤੋ ਪ੍ਰਤੀ ਵਿਅਕਤੀ ਆਮਦਨ ਵਿੱਚ ਲੰਬੇ ਸਮੇਂ ਲਈ ਠੀਕ ਹੈਗਾ ਵਾਸਤਵਿਕ ਵਾਧਾ ਅਤੇ ਵਰਤਮਾਨ ਪੀੜ੍ਹੀ ਦੀ ਭਲਾਈ ਸ਼ਾਮਿਲ ਹੈ। ਇਸ ਵਿੱਚ ਜਿਹੜਾ ਹੈਗਾ ਵਾਤਾਵਰਣ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ ਹੈ। ਠੀਕ ਹੈ। ਤੇ ਇਹ ਵਿਕਾਸ ਦੋਸਤੋ ਹੁਣ ਅਗਲਾ ਵਿਕਾਸ ਕਿਹੜਾ ਹੈਗਾ, ਟਿਕਾਊ ਵਿਕਾਸ। ਇਹ ਵਿਕਾਸ ਦੀ ਇੱਕ ਅਜਿਹੀ ਜਿਹੜੀ ਹੈਗੀ ਪ੍ਰੋਸੈਸ ਹੈ ਜਾਂ ਫਿਰ ਕਿਰਿਆ ਹੈ ਆਪਣੀ। ਠੀਕ ਹੈ। ਜਿਸ ਵਿੱਚ ਦੋਸਤੋ ਵਰਤਮਾਨ ਪੀੜ੍ਹੀਆਂ ਦੀਆਂ ਜ਼ਰੂਰਤਾਂ ਅਤੇ ਆਉਣ ਵਾਲੀ ਪੀੜ੍ਹੀ ਦੀ ਜ਼ਰੂਰਤਾਂ ਦੀ ਪੂਰਤੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਠੀਕ ਹੈ ਜੀ। ਇਸ ਤਰ੍ਹਾਂ ਦਾ ਇਹਨਾਂ ਨੇ ਲਿਖਿਆ ਹੋਇਆ ਵਾ। ਤੇ ਉਸ ਤੋਂ ਬਾਅਦ ਅਗਲਾ ਦੇਖਦੇ ਹਾਂ ਦੋਸਤੋ, ਅਗਲੇ ਤੁਹਾਡੇ ਇਹ ਲੌਂਗ ਕੁਐਸਚਨ ਆਨਸਰ ਆ ਜਾਣਗੇ। ਤਾਂ ਦੇਖਦੇ ਹਾਂ ਦੋਸਤੋ 5-5 ਨੰਬਰ ਵਾਲੇ ਜਿਹੜੇ ਤੁਹਾਡੇ ਹੁਣ ਲੌਂਗ ਕੁਐਸਚਨ ਆਨਸਰ ਆਣਗੇ। ਤਾਂ ਦੇਖ ਲਓ ਕੀ ਹੈ ਕੁਐਸਚਨ ਆਪਣਾ। ਹਾਂਜੀ ਹਰੇਕ ਪ੍ਰਸ਼ਨ 5 ਅੰਕ ਦਾ ਹੋਵੇਗਾ। ਤਾਂ ਦੇਖੋ ਦੋਸਤੋ ਕੁਦਰਤ ਵਿੱਚ ਮਿਲਣ ਵਾਲੇ ਸੀਮਿਤ ਸਰੋਤਾਂ ਦੇ ਨਾਮ ਲਿਖੋ। ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ। ਦੇਖੋ ਇਹਦਾ ਆਨਸਰ ਕੀ ਬਣੇਗਾ, ਸਰੋਤਾਂ ਦੀ ਘਾਟ ਯਾਨੀ ਕਿ ਰਿਸੋਰਸ ਲਿਮਿਟਡ। ਤਾਂ ਦੋਸਤੋ ਕੁਦਰਤੀ ਸਰੋਤਾਂ ਵਿੱਚ ਭੂਮੀ, ਪਾਣੀ ਅਤੇ ਖਣਿਜ ਤੇ ਜੈਵਿਕ ਸਰੋਤ ਸ਼ਾਮਿਲ ਹਨ। ਠੀਕ ਹੈ ਜੀ। ਤਾਂ ਕਿਹੜੇ ਕਿਹੜੇ ਹੋ ਹਨ। ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦੇਵਾਂ ਕਿ ਇੱਕ ਤਾਂ ਹੈਗਾ ਵਾ ਕਿ ਭੂਮੀ ਸਰੋਤਾਂ ਦੀ ਹੱਦ। ਠੀਕ ਹੈ ਜੀ। ਯਾਨੀ ਕਿ ਲਿਮਿਟੇਸ਼ਨ ਆਫ ਲੈਂਡ ਰਿਸੋਰਸਿਸ। ਠੀਕ ਹੈ। ਤਾਂ ਦੋਸਤੋ ਭਾਰਤ ਦੀ ਭੂਗੋਲਿਕ ਸਰਵੇਖਣ ਜਿਓਲੋਜੀਕਲ ਸਰਵੇ ਆਫ ਇੰਡੀਆ ਦੀ ਰਿਪੋਰਟ ਮੁਤਾਬਿਕ ਭਾਰਤ ਦੀ 43% ਭੂਮੀ ਜਿਹੜੀ ਹੈਗੀ ਸਤ੍ਹਾ ਮੈਦਾਨੀ ਹੈ, 28% ਪਠਾਰ ਅਤੇ 30% ਤੋਂ ਘੱਟ ਦੋਸਤੋ ਪਹਾੜੀ ਪਰਬਤੀ ਹੈ। ਕੁੱਲ ਜਿਹੜੀ ਹੈਗੀ ਭੂਮੀ ਦਾ ਕੇਵਲ ਦੋਸਤੋ 62% ਭਾਗ ਵਰਤੋਂਯੋਗ ਹੈ। ਭੂਮੀ ਸਾਡੀ ਦੋਸਤੋ ਮੁੱਢਲੇ ਸਰੋਤਾਂ ਤੇ ਹੈ, ਉਹ ਆਧਾਰ ਹੈ ਜਿਸ ਆਧਾਰ ਤੋਂ ਦੋਸਤੋ ਸਾਰਾ ਜਿਹੜਾ ਹੈਗਾ ਆਪਣਾ ਪ੍ਰਸਥਿਤਿਕ ਪ੍ਰਬੰਧ ਟਿਕਿਆ ਹੋਇਆ ਹੈ। ਇਹ ਸਾਰੇ ਥੱਲੀ ਪੌਦਿਆਂ ਤੇ ਜੀਵਾਂ ਜਾਂ ਫਿਰ ਸਜੀਵ ਆਧਾਰ ਹੈ। ਇਹ ਵੇਖਣ ਨੂੰ ਠੀਕ ਹੈ ਜੀ ਨਾ ਜਿਹੜਾ ਹੈਗਾ ਮੁੱਖ ਯੋਗ ਸਰੋਤ ਜਾਪਦਾ ਹੈ, ਪਰੰਤੂ ਦੋਸਤੋ ਭੂਮੀ ਵੱਧਦੀ ਸੰਖਿਆ ਕਾਰਨ ਬਹੁਤ ਵੱਡੇ ਦਬਾਅ ਅਧੀਨ ਹੈ। ਇਹ ਵੇਖਣ ਨੂੰ ਆਇਆ ਹੈ ਕਿ ਇਹ ਨਾ ਮੁੱਕਣ ਯੋਗ ਸਰੋਤ ਜਾਪਦਾ ਹੈ, ਪਰੰਤੂ ਜਿਹੜਾ ਹੈਗਾ ਵਾ ਕਿ ਇਹ ਭੂਮੀ ਵੱਧਦੀ ਜਨਸੰਖਿਆ ਕਾਰਨ ਦੋਸਤੋ ਬਹੁਤ ਵੱਡੇ ਦਬਾਅ ਅਧੀਨ ਹੈ। ਸਾਡੀ ਭੂਮੀ ਦੋਸਤੋ ਜੋ 1901 ਵਿੱਚ 238 ਮਿਲੀਅਨ ਜਨਸੰਖਿਆ ਨੂੰ ਸਹਾਰਦੀ ਸੀ, ਅੱਜ ਉਹ 1350 ਮਿਲੀਅਨ ਤੋਂ ਵੀ ਜਿਹੜੀ ਹੈਗੀ ਵੱਧ ਜਨਸੰਖਿਆ ਰਾਹੀਂ ਮੱਲੀ ਹੋਈ ਹੈ। ਇਸ ਵਿੱਚ ਤੁਸੀਂ ਚੰਗੀ ਤਰ੍ਹਾਂ ਸੋਚ ਸਕਦੇ ਹੋ ਕਿ ਸਾਡੀ ਭੂਮੀ ਵਰਗੇ ਸਰੋਤ ਉੱਪਰ ਕਿੰਨਾ ਜਿਹੜਾ ਹੈਗਾ ਦਬਾਅ ਪੈ ਰਿਹਾ ਹੈ। ਤਾਂ ਇੱਕ ਤਾਂ ਦੋਸਤੋ ਹੋ ਗਿਆ ਤੁਹਾਡਾ ਲਿਮਿਟੇਸ਼ਨ ਆਫ ਲੈਂਡ ਰਿਸੋਰਸਿਸ ਯਾਨੀ ਕਿ ਭੂਮੀ ਸਰੋਤਾਂ ਦੀ ਹੱਦ, ਤੇ ਇਸ ਤੋਂ ਅਗਲਾ ਹੈ ਤੁਹਾਡਾ ਪਾਣੀ ਦੇ ਸਰੋਤਾਂ ਦੀ ਘਾਟ। ਠੀਕ ਹੈ ਜੀ। ਤਾਂ ਦੇਖੋ ਲਿਮਿਟੇਸ਼ਨ ਆਫ ਵਾਟਰ ਰਿਸੋਰਸਿਸ, ਪਾਣੀ ਜਿਵੇਂ ਕਿ ਤੁਸੀਂ ਜਾਣਦੇ ਹੋ ਨਾ ਕੇਵਲ ਮਨੁੱਖ ਜੀਵਨ ਲਈ ਜਿਹੜਾ ਹੈਗਾ ਸਗੋਂ ਜੰਤੂਆਂ ਦੇ ਲਈ ਵੀ ਤੇ ਪੌਦਿਆਂ ਲਈ ਵੀ ਦੋਸਤੋ ਬਹੁਤ ਜ਼ਰੂਰੀ ਹੁੰਦਾ ਹੈ। ਤੇ ਦੋਸਤੋ ਜਿਹੜਾ ਹੈਗਾ ਆਪਣੇ ਗੋਇਥ ਨੇ ਬਿਲਕੁਲ ਹੀ ਠੀਕ ਕਿਹਾ ਹੈ ਕਿ ਸਭ ਕੁਝ ਪਾਣੀ ਵਿੱਚ ਜਿਹੜਾ ਉਪਜਿਆ ਹੈ ਤੇ ਪਾਣੀ ਦੁਆਰਾ ਹੀ ਉਸ ਦੀ ਸਾਂਭ ਸੰਭਾਲ ਹੁੰਦੀ ਹੈ। ਧਰਤੀ ਦੀ ਲਗਭਗ ਦੋਸਤੋ 70.8% ਸਤ੍ਹਾ ਜਿਹੜੀ ਹੈਗੀ ਪਾਣੀ ਦੁਆਰਾ ਘਿਰੀ ਹੋਈ ਹੈ। ਇਸ ਦਾ ਦੋਸਤੋ 97% ਭਾਗ ਸਮੁੰਦਰ ਵਿੱਚ ਹੈ। ਸਮੁੰਦਰੀ ਪਾਣੀ ਵਿੱਚ ਦੋਸਤੋ ਨਮਕ ਦੀ ਮਾਤਰਾ ਬਹੁਤ ਅਧਿਕ ਹੁੰਦੀ ਹੈ, ਇਸ ਲਈ ਇਹ ਜਿਹੜਾ ਹੈਗਾ ਪੀਣ ਯੋਗ ਨਹੀਂ ਹੁੰਦਾ। ਲਗਭਗ 2% ਪਾਣੀ ਹੀ ਬਰਫ਼ ਤੇ ਜਿਹੜਾ ਹੈਗਾ ਪੌਦਿਆਂ ਤੇ ਬਰਫੀਲੀ ਚੋਟੀਆਂ ਦੇ ਉੱਪਰ ਹੀ ਜਿਹੜਾ ਹੈਗਾ ਤੋਦਿਆਂ ਦੇ ਉੱਪਰ ਦੋਸਤੋ ਇੱਥੇ ਪੌਦਿਆਂ ਨਹੀਂ ਲਿਖਿਆ, ਇਹ ਤੋਦਿਆਂ ਤੇ ਬਰਫੀਲੀਆਂ ਜਿਹੜੀਆਂ ਹੈਗੀਆਂ ਨੇ ਚੋਟੀਆਂ ਦੇ ਰੂਪ ਵਿੱਚ ਹੈ। ਬਾਕੀ 1% ਤਾਜ਼ੇ ਪਾਣੀ ਦੇ ਰੂਪ ਵਿੱਚ ਮਨੁੱਖੀ ਵਰਤੋਂ ਕਰਦਾ ਹੈ। ਖੇਤੀਬਾੜੀ, ਪਨ ਬਿਜਲੀ ਪੈਦਾ ਕਰਨ ਅਤੇ ਉਦਯੋਗ ਵਿੱਚ ਉਹ ਉਪਲਬਧ ਹੈ।
ਤੇ ਉਸ ਤੋਂ ਬਾਅਦ ਹੈਗਾ ਦੋਸਤੋ ਲਿਮਿਟੇਸ਼ਨ ਆਫ ਬਾਇਓਲੋਜੀਕਲ ਰਿਸੋਰਸ यानी कि ਜੈਵਿਕ ਸਰੋਤਾਂ ਦੀ ਘਾਟ। ਸਾਡੇ ਜੈਵ ਸਾਧਨਾਂ ਵਿੱਚ ਦੋਸਤੋ ਜੰਗਲ ਅਤੇ ਜੰਗਲੀ ਜੰਤੂ ਸ਼ਾਮਿਲ ਹਨ। ਜੰਗਲ ਤਾਂ ਦੋਸਤੋ ਸਾਡੇ ਖਜ਼ਾਨੇ ਹਨ, ਠੀਕ ਹੈ ਜੀ। ਇਹ ਸਾਨੂੰ ਦੋਸਤੋ ਚਾਰਾ ਤੇ ਰੇਸ਼ੇ, ਫਲ, ਬਾਲਣ, ਇਮਾਰਤੀ ਲੱਕੜੀ, ਦੇਸੀ ਦਵਾਈਆਂ ਅਤੇ ਸ਼ਿੰਗਾਰ ਦਾ ਸਮਾਨ ਵਰਗੇ ਉਤਪਾਦ ਤੇ ਵੀ ਬਹੁਤ ਸਾਰੇ ਕੱਚੇ ਪਦਾਰਥ ਵੀ ਪ੍ਰਾਪਤ ਹੁੰਦੇ ਹਨ। ਤਾਂ ਦੋਸਤੋ ਇਸ ਦੀ ਵੀ ਕਮੀ ਹੁੰਦੀ ਜਾ ਰਹੀ ਹੈ। ਇਹ ਆਪਣੇ ਨੈਚੁਰਲ ਰਿਸੋਰਸ ਨੇ ਦੋਸਤੋ, ਜਿਹੜੀ ਕਿ ਕੁਦਰਤੀ ਸਰੋਤ ਨੇ ਜੋ ਕਿ ਘੱਟ ਹੋਈ ਜਾ ਰਹੇ ਹਨ, ਠੀਕ ਹੈ ਜੀ। ਤਾਂ ਹੁਣ ਦੋਸਤੋ ਇਸ ਦੇ ਨਾਲ ਹੀ ਇੱਕ ਹੋਰ ਕੁਐਸਚਨ ਵੀ ਸੀਗਾ ਕਿ ਬਈ ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ। ਤਾਂ ਦੋਸਤੋ ਇਹ ਵਾਲਾ ਸੀਗਾ ਪਾਣੀ ਦੀ ਸੰਭਾਲ ਕਿਵੇਂ ਨਾਲ ਕੀਤੀ ਜਾ ਸਕਦੀ ਹੈ। ਤਾਂ ਦੋਸਤੋ ਸਾਰੀ ਦੋਸਤੋ ਪਾਣੀ ਦੀ ਜਿਹੜੀ ਹੈਗੀ ਉੱਭਰ ਕੇ ਆ ਰਹੀ ਸਥਿਤੀ ਇਹ ਹੈ ਕਿ ਅੱਜ ਬਹੁਤ ਸਾਰੇ ਪਿੰਡਾਂ ਵਿੱਚ ਪੀਣ ਯੋਗ ਚੰਗਾ ਪਾਣੀ ਜਿਹੜਾ ਹੈਗਾ ਉਪਲਬਧ ਨਹੀਂ ਹੋ ਰਿਹਾ ਹੈ। ਇੱਥੋਂ ਤੱਕ ਕਿ ਜਿਹੜੇ ਹੈਗੇ ਸਾਰੇ ਸ਼ਹਿਰਾਂ ਵਿੱਚ ਮਿਊਨਿਸਪਲ ਪਾਣੀ ਦੀ ਸਪਲਾਈ ਨਹੀਂ ਹੁੰਦੀ। ਬਹੁਤ ਸਾਰੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਜਾਂ ਫਿਰ ਬੇਕਾਰ ਕਰ ਦਿੱਤਾ ਜਾਂਦਾ ਹੈ। ਜਨਸੰਖਿਆ ਦੇ ਲਗਾਤਾਰ ਵਾਧੇ ਦੇ ਕਾਰਨ ਦੋਸਤੋ ਵਰਤੋਂਯੋਗ ਪਾਣੀ ਦੀ ਮੰਗ ਦਿਨ ਬੂ ਦਿਨ ਜਿਹੜੀ ਹੈਗੀ ਵੱਧ ਰਹੀ ਹੈ। ਇਸ ਲਈ ਪਾਣੀ ਨੂੰ ਆਰਥਿਕ ਲੋੜਾਂ ਦੇ ਵਸਤੂ ਸਮਝਦੇ ਹੋਏ, ਠੀਕ ਹੈ ਜੀ, ਇਸ ਦੀ ਵਰਤੋਂ ਹੇਠ ਤਰੀਕੇ ਨਾਲ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਅਸੀਂ ਇਸ ਦਾ ਮਤਲਬ ਸੰਭਾਲ ਕਰ ਸਕਦੇ ਹਾਂ। ਤਾਂ ਕਿਹੜੀਆਂ ਗੱਲਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਤਾਂ ਦੇਖੋ ਉਸਾਰੀ ਅਤੇ ਟਿਕਾਊ ਤਰੀਕੇ ਨਾਲ ਕੀਤਾ ਪਾਣੀ ਦਾ ਪ੍ਰਬੰਧ ਪਾਣੀ ਦੇ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ। ਉਦਾਹਰਨ ਲਈ ਘਰੇਲੂ ਤੇ ਮਿਊਨਿਸਪਲ ਵਿਅਰਥ ਪਾਣੀ ਦਾ ਪੁਨਰ ਜਿਹੜਾ ਹੈਗਾ ਚੱਕਰ ਕਰਨਾ ਚਾਹੀਦਾ ਹੈ। ਇਸ ਨੂੰ ਕੀਟਾਣੂ ਰਹਿਤ ਤੇ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਨਾ ਚਾਹੀਦਾ ਹੈ। ਅਜਿਹੇ ਪਾਣੀ ਨੂੰ ਬਿਜਲੀ ਪੈਦਾ ਕਰਨ ਤੇ ਸਿੰਚਾਈ ਜਿਹੜਾ ਹੈਗਾ ਵਰਤਣਾ ਚਾਹੀਦਾ ਹੈ। ਤੇ ਉਸ ਤੋਂ ਬਾਅਦ ਦੋਸਤੋ ਪ੍ਰਦੂਸ਼ਿਤ ਪਾਣੀ ਵਿੱਚ ਕਈ ਜਿਹੜੇ ਹੈਗੇ ਆ ਜਲ ਕੁੰਭੀ ਉਗਾਉਣ ਨਾਲ ਜਿਹੜਾ ਦੋਹਰਾ ਮਕਸਦ ਹੱਲ ਹੋ ਸਕਦਾ ਹੈ। ਇਹ ਦੋਸਤੋ ਜਿਹੜੇ ਹੈਗੇ ਆਪਣੇ ਫਾਸਫੇਟ ਤੇ ਨਾਈਟ੍ਰੇਟ ਵਰਗੇ ਜਿਹੜੇ ਹੈਗੇ ਪ੍ਰਦੂਸ਼ਕਾਂ ਨੂੰ ਸਾਫ਼ ਕਰਕੇ ਕਰ ਸਕਦੇ ਹੋ ਅਤੇ ਇਹਨਾਂ ਲਈ ਦੋਸਤੋ ਜਿਹੜੇ ਹੈਗੇ ਪੋਸ਼ਕ ਤੱਤਾਂ ਦਾ ਕੰਮ ਕਰਦੇ ਹਨ। ਇਹ ਪੌਦੇ ਬਾਇਓਗੈਸ ਪੈਦਾ ਕਰਨ ਲਈ ਵੀ ਵਰਤੇ ਜਾ ਸਕਦੇ ਹਨ। ਪਾਣੀ ਦੇ ਦੋਸਤੋ ਜਿਹੜੇ ਹੈਗੇ ਪ੍ਰਬੰਧ ਇੱਕ ਹੋਰ ਮੁੱਖ ਪਹਿਲੂ ਹੈ। ਧਰਤੀ ਹੇਠਲਾ ਪਾਣੀ ਨੂੰ ਮੁੜ ਦੋਸਤੋ ਜਿਹੜਾ ਹੈਗਾ ਭਰਨਾ ਹੈ। ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਹੜ੍ਹਾਂ ਦਾ ਨਤੀਜਾ ਨਦੀਆਂ ਦਾ ਅਤੇ ਜਿਹੜਾ ਹੈਗਾ ਵਰਤਿਆ ਹੋਇਆ ਪਾਣੀ ਡੂੰਘੇ ਹੋਏ ਜਿਹੜੇ ਹੈਗੇ ਪੱਟ ਕੇ ਡੂੰਘੇ ਖੂਹਾਂ ਵਿੱਚ ਦੋਸਤੋ ਭੇਜਿਆ ਜਾ ਸਕਦਾ ਹੈ। ਹੜ੍ਹਾਂ ਦਾ ਵਾਧੂ ਪਾਣੀ ਦੋਸਤੋ ਅਜਿਹੇ ਖੇਤਰਾਂ ਵੱਲ ਮੋੜਿਆ ਜਾ ਸਕਦਾ ਹੈ ਜਿੱਥੇ ਦੋਸਤੋ ਕਿਧਰੇ ਪਾਣੀ ਦੀ ਘਾਟ ਹੋਵੇ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਅਸੀਂ ਪਾਣੀ ਦੀ ਸੰਭਾਲ ਕਰ ਸਕਦੇ ਹਾਂ। ਤੇ ਅਗਲਾ ਪ੍ਰਸ਼ਨ ਦੋਸਤੋ ਆਪਣਾ ਕੀ ਸੀਗਾ? ਤਾਂ ਦੋਸਤੋ ਅਗਲਾ ਪ੍ਰਸ਼ਨ ਆਪਾਂ ਦੇਖ ਲੈਂਦੇ ਹਾਂ। ਆਪਣਾ ਅਗਲਾ ਪ੍ਰਸ਼ਨ ਹੈ ਹਾਂਜੀ ਕਿ ਜੰਤੂਆਂ ਦੀ ਆਰਥਿਕ ਮਹੱਤਤਾ ਦਾ ਵਰਣਨ ਕਰੋ। ਤਾਂ ਦੋਸਤੋ ਚਲੋ ਆਪਾਂ ਜੰਤੂਆਂ ਦੀ ਆਰਥਿਕ ਮਹੱਤਤਾ ਦਾ ਵਰਣਨ ਕਰਦੇ ਹਾਂ। ਤਾਂ ਦੋਸਤੋ ਦੇਖੋ ਇਹ ਵਾਲਾ ਆਪਣਾ ਪ੍ਰਸ਼ਨ ਸੀਗਾ ਕਿ ਜਾਨਵਰਾਂ ਦੇ ਆਰਥਿਕ ਮਹੱਤਤਾਵਾਂ ਦੇ 3 ਪਹਿਲੂ ਜਾਂ ਫਿਰ ਦੋਸਤੋ ਜਾਨਵਰਾਂ ਦੀ ਆਰਥਿਕ ਮਹੱਤਤਾ ਜਾਂ ਜੰਤੂਆਂ ਦੀ ਜਿਹੜੀ ਹੈਗੀ ਆ ਆਪਣੀ ਆਰਥਿਕ ਮਹੱਤਤਾ ਗੱਲ ਲਿਖੀ ਹੈ। ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ। ਬਹੁਤ ਸਾਰੇ ਜਿਹੜੇ ਹੈਗੇ ਉਪਯੋਗਿਕ ਉਤਪਾਦ ਜਿਵੇਂ ਕਿ ਭੋਜਨ, ਠੀਕ ਹੈ ਜੀ, ਤੇ ਫਰ, ਛਿੱਲ, ਚਮੜਾ, ਖੰਭ, ਹਾਥੀ ਦੰਦ, ਠੀਕ ਹੈ ਜੀ, ਮੋਤੀ ਤੇ ਖੋਲ ਆਦਿ ਦੋਸਤੋ ਜਿਹੜਾ ਹੈਗਾ ਜਾਨਵਰਾਂ ਤੋਂ ਹੀ ਪ੍ਰਾਪਤ ਕੀਤੇ ਜਾਂਦੇ ਹਨ, ਠੀਕ ਹੈ। ਸ਼ਹਿਦ, ਮੱਖੀ ਤੇ ਜਿਹੜਾ ਆਪਣਾ ਪਰਾਗਣ ਵਿੱਚ ਦੋਸਤੋ ਜਿਹੜੀ ਹੈਗੀ ਆ ਮਦਦ ਕਰਦੀ ਹੈ, ਸ਼ਹਿਦ ਦਿੰਦੀ ਹੈ। ਤੇ ਕੁਝ ਜਾਨਵਰ ਜਿਵੇਂ ਕਿ ਬੀਜ ਅਤੇ ਫਲ ਨੂੰ ਵੀ ਦੋਸਤੋ ਖਿਲਾਰਨ ਵਿੱਚ ਮਦਦ ਕਰਦੇ ਹਨ। ਕੁਝ ਜਾਨਵਰ ਦੋਸਤੋ ਟਰਾਂਸਪੋਰਟ ਅਤੇ ਖੇਤੀਬਾੜੀ ਦੇ ਕੰਮ ਲਈ ਵੀ ਵਰਤੇ ਜਾਂਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਕਿਹੜੇ ਜਾਨਵਰ ਟਰਾਂਸਪੋਰਟੇਸ਼ਨ ਲਈ ਯਾਨੀ ਕਿ ਜਿਵੇਂ ਕਿ ਘੋੜਾ, ਠੀਕ ਹੈ ਜੀ। ਤੇ ਮਿੱਟੀ ਦੇ ਦੋਸਤੋ ਕੀੜੇ, ਚੂਹੇ, ਖਰਗੋਸ਼ ਆਦਿ ਪੌਦਿਆਂ ਦੀਆਂ ਜੜ੍ਹਾਂ ਤੇ ਵਧੀਆ ਵਿਕਾਸ ਲਈ ਦੋਸਤੋ ਮਿੱਟੀ ਨੂੰ, ਠੀਕ ਹੈ ਜੀ, ਜਿਹੜਾ ਹੈਗਾ ਪੋਰ ਬਣਾਉਂਦੇ ਹਨ। ਤੇ ਦੋਸਤੋ ਸੜਨ ਵਾਲੇ ਜਿਵੇਂ ਕਿ ਬੈਕਟੀਰੀਆ ਤੇ ਫੰਜਾਈ ਲਾਸ਼ਾਂ ਤੇ ਰਹਿੰਦ ਖੁਰੰਦ ਨੂੰ ਕੰਪੋਜ਼ ਕਰਦੇ ਹਨ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਅਗਲਾ ਪ੍ਰਸ਼ਨ ਕੀ ਸੀਗਾ ਦੋਸਤੋ ਤੁਹਾਡਾ? ਹਾਂਜੀ ਤਾਂ ਅਗਲਾ ਪ੍ਰਸ਼ਨ ਆਪਾਂ ਇੱਥੋਂ ਦੇਖ ਲੈਂਦੇ ਹਾਂ। ਆਹ ਵਾਲੀ PDF ਕਲੀਅਰ ਸੀ। ਹਾਂਜੀ ਤਾਂ ਅਗਲਾ ਪ੍ਰਸ਼ਨ ਹੈ ਦੋਸਤੋ ਆਪਣਾ ਕਿ ਧਰਤੀ ਮਾਤਾ ਦੀ ਇੱਜ਼ਤ ਲਈ ਤੁਸੀਂ ਜਿਹੜੇ ਹੈਗੇ ਆ ਕਿਹੜੇ ਸੁਝਾਅ ਦਿਓਗੇ? ਤਾਂ ਦੋਸਤੋ ਦੇਖੋ, ਤਾਂ ਸਭ ਤੋਂ ਪਹਿਲਾਂ ਦੋਸਤੋ ਹੈਗਾ ਨਹੀਂ ਸੌਰੀ ਇਹ ਵਾਲਾ ਕੁਐਸਚਨ ਨਹੀਂ, ਪਹਿਲਾਂ ਆਪਾਂ ਇਹ ਵਾਲਾ ਕੁਐਸਚਨ ਕਰਦੇ ਹਾਂ। ਜੈਵਿਕ ਵਿਭਿੰਨਤਾ ਦੇ ਨਸ਼ਟ ਹੋਣ ਦੇ ਕਾਰਨ ਕੀ ਹਨ, ਠੀਕ ਹੈ ਜੀ। ਤਾਂ ਇਹ ਪ੍ਰਸ਼ਨ ਬਾਅਦ 'ਚ ਕਰਾਂਗੇ, ਪਹਿਲਾਂ ਇਹ ਵਾਲਾ ਕਰਦੇ ਹਾਂ। ਜੈਵਿਕ ਵਿਭਿੰਨਤਾ ਦੇ ਨਸ਼ਟ ਹੋਣ ਦੇ ਕੀ ਕਾਰਨ ਹਨ? ਤਾਂ ਦੋਸਤੋ ਇਸ ਦਾ ਜਿਹੜਾ ਆਨਸਰ ਹੈ ਆਪਾਂ ਇੱਥੇ ਦੇਖਦੇ ਹਾਂ। ਹਾਂਜੀ ਤਾਂ ਦੋਸਤੋ ਦੇਖੋ ਜੈਵਿਕ ਵਿਭਿੰਨਤਾ ਦੇ ਨਸ਼ਟ ਹੋਣ ਦੇ ਕੀ ਕਾਰਨ ਹਨ? ਤਾਂ ਦੋਸਤੋ ਦੇਖੋ ਜੈਵਿਕ ਵਿਭਿੰਨਤਾ ਦੇ ਨਸ਼ਟ ਹੋਣ ਦੇ ਕਾਰਨ ਹਨ ਜਿਵੇਂ ਕਿ ਕੁਦਰਤੀ ਨਿਵਾਸ ਦਾ ਨਸ਼ਟ ਹੋਣਾ, ਯਾਨੀ ਕਿ ਮਨੁੱਖਾਂ ਦੀ ਆਬਾਦੀ ਵਧਣ ਦੇ ਨਾਲ ਦੋਸਤੋ ਜਿਹੜੇ ਹੈਗਾ ਖੇਤੀ ਹੇਠਾਂ ਖੇਤਰ ਯਾਨੀ ਕਿ ਸ਼ਹਿਰੀ ਖੇਤਰ, ਉਦਯੋਗ ਆਦਿ ਸਭ ਦੇ ਦੋਸਤੋ ਕਾਰਨ ਜੀਵਾਂ ਦਾ ਅਤੇ ਪੌਦਿਆਂ ਦਾ ਕੁਦਰਤੀ ਜਿਹੜਾ ਹੈਗਾ ਵਿਨਾਸ਼ ਜਿਹੜਾ ਹੈਗਾ ਨਿਵਾਸ ਸਥਾਨ ਨਸ਼ਟ ਹੋ ਰਿਹਾ ਹੈ। ਪੋਲੂਸ਼ਨ ਯਾਨੀ ਕਿ ਪ੍ਰਦੂਸ਼ਣ ਪ੍ਰਜਾਤੀਆਂ ਲਈ ਦੋਸਤੋ ਖਤਰਾ ਬਣਿਆ ਹੋਇਆ ਹੈ। ਇਸ ਵਿੱਚ ਸਭ ਤੋਂ ਵੱਧ ਖਤਰਾ ਪਾਣੀ ਪ੍ਰਦੂਸ਼ਣ ਨਾਲ ਹੈ। ਸ਼ਹਿਰ ਦਾ ਸੀਵਰੇਜ, ਉਦਯੋਗ ਦਾ ਵਰਤਿਆ ਵਾਧੂ ਪਾਣੀ, ਤੇਜ਼ਾਬੀ ਵਰਖਾ ਤੇ ਰੇਡੀਓ ਐਕਟਿਵ ਤੱਤਾਂ ਦਾ ਪਾਣੀ ਵੀ ਦੋਸਤੋ ਮਿਲਣਾ ਅਤੇ ਤੇਲ ਟੈਂਕਰਾਂ ਦੇ ਨਾਲ ਦੋਸਤੋ ਤੇਲ ਸ਼ੋਧਕ ਕਾਰਖਾਨਿਆਂ ਤੋਂ ਤੇਲ ਪਾਣੀ ਵਿੱਚ ਮਿਲਣ ਆਦਿ ਪਾਣੀ ਪ੍ਰਦੂਸ਼ਣ ਦੇ ਸਭ ਕੁਝ ਮੁੱਖ ਕਾਰਨ ਹਨ ਜੋ ਪਾਣੀ ਜੀਵਾਂ ਵਿੱਚ ਲਈ ਖਤਰਾ ਬਣੇ ਹੋਏ ਹਨ। ਤੇ ਉਸ ਤੋਂ ਬਾਅਦ ਦੋਸਤੋ ਐਕਸੈਸਿਵ ਕਿਲਿੰਗ ਯਾਨੀ ਕਿ ਜ਼ਿਆਦਾ ਸ਼ਿਕਾਰ। ਕਈ ਜੰਗਲੀ ਜੀਵ ਪ੍ਰਜਾਤੀਆਂ ਅਜਿਹੀਆਂ ਹਨ ਜਿਨ੍ਹਾਂ ਤੋਂ ਦੋਸਤੋ ਪ੍ਰਾਪਤ ਹੋਣ ਵਾਲੀਆਂ ਖੱਲਾਂ, ਦੰਦ, ਪੈਰਾਂ ਤੇ ਨੂੰਹਾਂ, ਜਿਗਰ ਦਾ ਤੇਲ ਆਦਿ ਉਹਨਾਂ ਦੇ ਜਾਨ ਲਈ ਖਤਰਾ ਬਣਦੀਆਂ ਹਨ, ਕਿਉਂਕਿ ਇਹਨਾਂ ਚੀਜ਼ਾਂ ਦਾ ਦੋਸਤੋ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਹੁਤ ਮੁੱਲ ਪੈਂਦਾ ਹੈ।
ਉਸ ਤੋਂ ਬਾਅਦ ਦੋਸਤੋ ਬਾਹਰੀ ਪ੍ਰਜਾਤੀਆਂ ਦਾ ਪ੍ਰਵੇਸ਼ ਯਾਨੀ ਕਿ ਇੰਟਰੋਡਕਸ਼ਨ ਆਫ ਐਕਸੋਟਿਕ ਸਪਾਈਸਿਸ ਯਾਨੀ ਕਿ ਕਈ ਵਾਰੀ ਦੋਸਤੋ ਮਨੁੱਖ ਆਰਥਿਕ ਲਾਭ ਲਈ ਦੋਸਤੋ ਕਈ ਪ੍ਰਜਾਤੀ ਜਿਹੜੀਆਂ ਕਿਸੇ ਖੇਤਰ ਵਿੱਚ ਲਿਆਂਦਾ ਹੈ। ਇਸ ਨਾਲ ਖੇਤਰ ਦੀਆਂ ਪ੍ਰਜਾਤੀਆਂ ਦਾ ਖਤਰਾ ਬਣ ਜਾਂਦਾ ਹੈ। ਪੰਜਾਬ ਅਤੇ ਪੱਛਮੀ ਭਾਰਤ ਵਿੱਚ ਸਫੈਦਾ, ਪਾਪੂਲਰ ਅਤੇ ਸਾਗਵਾਨ ਆਦਿ ਦਰਖਤ ਲੱਗਣ ਨਾਲ ਇੱਥੋਂ ਦੇ ਜਿਹੜੇ ਹੈਗੇ ਸਥਾਨਕ ਦਰਖਤ ਜਿਵੇਂ ਕਿ ਬੋਹੜ, ਪਿੱਪਲ, ਟਾਹਲੀ, ਨਿੰਮ, ਬੋਰ, ਕਿੱਕਰ ਆਦਿ ਘਟ ਗਏ ਹਨ। ਅਤੇ ਉਸ ਤੋਂ ਬਾਅਦ ਹੈਗਾ ਆਪਣਾ ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਵੀ ਦੋਸਤੋ ਪ੍ਰਜਾਤੀਆਂ ਦਾ ਨਾਸ਼ ਹੋ ਰਿਹਾ ਹੈ, ਕਿਉਂਕਿ ਇਸ ਨਾਲ ਦੋਸਤੋ ਜਿਹੜੀ ਹੈਗੀ ਕਈ ਪ੍ਰਜਾਤੀਆਂ ਦੀ ਜਿਹੜੀ ਹੈਗੀ ਆ ਜਨਨ ਪ੍ਰਕਿਰਿਆ ਤੋਂ ਵੀ ਮਾੜਾ ਪ੍ਰਭਾਵ ਪੈਂਦਾ ਹੈ। ਉਸ ਤੋਂ ਬਾਅਦ ਅਗਲਾ ਹੈ ਕਿ ਖੇਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਰਸਾਇਣਿਕ ਖਾਦਾਂ, ਕੀੜੇ ਮਾਰ ਤੇ ਨਦੀਨ ਮਾਰਨ ਵਾਲੀ ਦਵਾਈਆਂ ਦਾ ਹੀ ਜ਼ਿਆਦਾ ਵਰਤੋਂ ਨਾਲ ਦੋਸਤੋ ਪ੍ਰਜਾਤੀਆਂ ਦਾ ਨਾਸ਼ ਹੁੰਦਾ ਹੈ। ਪੰਜਾਬ ਵਿੱਚ ਦੋਸਤੋ ਜਿਹੜਾ ਹੈਗਾ ਗਿੱਧਾ ਤੇ ਘਟਣ ਦਾ ਇਹੀ ਕਾਰਨ ਹੈ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੁਣ ਅਗਲਾ ਪ੍ਰਸ਼ਨ ਦੋਸਤੋ ਤੁਹਾਡਾ ਹੈ, ਹਾਂਜੀ, ਤਾਂ ਹੁਣ ਅਗਲਾ ਪ੍ਰਸ਼ਨ ਕੀ ਸੀਗਾ ਦੋਸਤੋ, ਧਰਤੀ ਮਾਤਾ ਦੀ ਇੱਜ਼ਤ ਲਈ ਸੁਝਾਅ ਦੇਵੋ। ਤਾਂ ਦੋਸਤੋ ਇਹ ਵੀ ਇਹਦੇ ਨਾਲ ਹੀ ਜਿਵੇਂ ਕਰ ਲੈਂਦੇ ਆਪਾਂ। ਤਾਂ ਕੁਐਸਚਨ ਕੀ ਸੀਗਾ ਉੱਪਰ ਤੁਹਾਨੂੰ ਪਹਿਲਾਂ ਦਿਖਾਈ ਦਿੰਦੇ ਆ। ਤਾਂ ਦੇਖੋ ਦੋਸਤੋ ਕੁਐਸਚਨ ਸੀਗਾ ਕਿ ਧਰਤੀ ਮਾਤਾ ਦੀ ਇੱਜ਼ਤ ਲਈ ਤੁਸੀਂ ਕਿਹੜੇ ਸੁਝਾਅ ਅਪਣਾਓਗੇ। ਠੀਕ ਹੈ ਜੀ। ਤਾਂ ਹੁਣ ਆਪਾਂ ਦੇਖਦੇ ਹਾਂ। ਹਾਂਜੀ, ਤਾਂ ਦੋਸਤੋ ਦੇਖੋ ਇਹ ਤੁਹਾਡਾ ਆ ਜਾਏਗਾ ਕਿ ਹਾਂਜੀ ਸੂਹਜ ਪੱਖੋਂ ਸੰਭਾਵਨਾ ਯਾਨੀ ਕਿ ਦੋਸਤੋ ਧਰਤੀ ਮਾਂ ਦੀ ਇੱਜ਼ਤ ਕਰੋ। ਠੀਕ ਹੈ ਜੀ। ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ ਕਰੋ। ਠੀਕ ਹੈ। ਵਾਤਾਵਰਣ ਨਾਲ ਸੰਬੰਧਿਤ ਸਾਰੇ ਖਾਸ ਦਿਨ ਮਨਾਓ। ਮਨੁੱਖੀ ਜਨਸੰਖਿਆ ਨੂੰ ਕਾਬੂ ਹੇਠ ਰੱਖੋ। ਕੁਦਰਤੀ ਸਰੋਤਾਂ ਦੀ ਸੋਚ ਸਮਝ ਕੇ ਵਰਤੋਂ ਕਰੋ। ਵਾਤਾਵਰਣ ਨਾਲ ਸੰਬੰਧਿਤ ਅਧਿਕਾਰਾਂ ਤੇ ਜਿਹੜੇ ਹੈਗੇ ਕਰਤੱਵਾਂ ਨੂੰ ਪਛਾਣੋ। ਠੀਕ ਹੈ। ਅਤੇ ਦੋਸਤੋ ਜਿਵੇਂ ਕਿ ਵਾਤਾਵਰਣ ਪ੍ਰਬੰਧਨ ਦੇ ਨੈਤਿਕ ਪਹਿਲੂ ਕਿਹੜੇ ਹੋਣਗੇ, ਜਿਵੇਂ ਕਿ ਇਹਦੇ ਨਾਲ ਹੀ ਲਿਖਣਾ ਵਾ ਤੁਸੀਂ, ਵਾਤਾਵਰਣ ਅਤੇ ਜੀਵਾਂ ਦੇ ਪ੍ਰਤੀ ਮਨੁੱਖੀ ਫਰਜ਼ਾਂ ਨੂੰ ਵਾਤਾਵਰਣ ਨੈਤਿਕਤਾ ਕਿਹਾ ਜਾਂਦਾ ਹੈ। ਮਨੁੱਖ ਦੇ ਦ੍ਰਿਸ਼ਟੀਕੋਣ ਅਨੁਸਾਰ ਇਹ ਕੁਦਰਤ ਤੇ ਧਰਤੀ ਦੀਆਂ ਸਭ ਤੋਂ ਮਹੱਤਵਪੂਰਨ ਕਿਸਮਾਂ ਕੋਲ ਸਰੋਤਾਂ ਤੇ ਅਸੀਮਿਤ ਸਪਲਾਈ ਹੈ। ਠੀਕ ਹੈ ਜੀ। ਇਸ ਲਈ ਜਿਹੜਾ ਹੈਗਾ ਸਾਨੂੰ ਮਨੁੱਖ ਜਾਤੀ ਦੀ ਸਫਲਤਾ ਅਤੇ ਸਿਹਤਮੰਦ ਜਿਹੜੀ ਹੈਗੀ ਆਰਥਿਕਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਮਨੁੱਖ ਕੁਦਰਤ ਤੋਂ ਕਿੰਨੀ ਚੰਗੀ ਤਰ੍ਹਾਂ ਪ੍ਰਾਪਤ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਸਾਨੂੰ ਆਪਣਾ ਜਿਹੜਾ ਆਰਥਿਕ ਵਿਕਾਸ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਸਾਨੂੰ ਸਿਹਤਮੰਦ ਵਾਤਾਵਰਣ ਹੁੰਦਾ ਹੈ। ਇਸ ਲਈ ਮਨੁੱਖ ਕੁਦਰਤੀ ਸਰੋਤਾਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰਕੇ ਅਤੇ ਆਪਣੀਆਂ ਜਿਹੜੀਆਂ ਹੈਗੀਆਂ ਗਤੀਵਿਧੀਆਂ ਦੌਰਾਨ ਦੋਸਤੋ ਪੈਦਾ ਹੋਈ ਬਾਹਰੀ ਤੱਤਾਂ, ਜ਼ਹਿਰੀਲੇ ਪਦਾਰਥ ਕਾਰਨ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਦੂਜੇ ਪਾਸੇ ਦੋਸਤੋ ਇੱਕੋ ਕੇਂਦਰਿਤ ਵਿਸ਼ਵ ਜਿਹੜਾ ਹੈਗਾ ਦੋਸਤੋ ਕੀ ਕਰਨਾ ਚਾਹੀਦਾ ਵਾ ਕਿ ਦੂਜੇ ਪਾਸੇ ਦੋਸਤੋ ਇੱਕੋ ਕੇਂਦਰਿਤ ਜਿਹੜਾ ਹੈਗਾ ਵਿਸ਼ਵ ਦ੍ਰਿਸ਼ਟੀਕੋਣ ਕਹਿੰਦਾ ਹੈ ਕਿ ਧਰਤੀ ਦੇ ਸਰੋਤ ਸੀਮਿਤ ਹਨ ਅਤੇ ਸਾਰੀਆਂ ਜਾਤੀਆਂ ਨਾਲ ਦੋਸਤੋ ਜਿਹੜਾ ਹੈਗਾ ਵਾ ਕੀ ਹੈ, ਜਾਤੀਆਂ ਨਾਲ ਸੰਬੰਧਿਤ ਹੈ। ਇਸ ਲਈ ਭਾਵੇਂ ਸਾਨੂੰ ਵਾਤਾਵਰਣ ਨੂੰ ਆਪਣੀਆਂ ਲੋੜਾਂ ਕੱਢਣ ਦਾ ਹੱਕ ਹੈ, ਪਰ ਨਿਸ਼ਚਿਤ ਤੌਰ 'ਤੇ ਉਸ ਦਾ ਹੱਦ ਨਹੀਂ ਹੈ ਜੋ ਵਾਤਾਵਰਣ ਦਾ ਵਿਗਾੜਦਾ ਹੈ ਅਤੇ ਹੋਰਨਾਂ ਜਿਹੜਾ ਹੈਗਾ ਵਾ ਜੀਵਾਂ ਨੂੰ ਦੋਸਤੋ ਕੀ ਕਰਦਾ ਵਾ ਉਹ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਸਿਧਾਂਤ 'ਤੇ ਆਧਾਰਿਤ ਹੈ ਕਿ ਮਨੁੱਖੀ ਜਾਤੀ ਨੂੰ ਸਫਲਤਾ ਅਤੇ ਸਿਹਤਮੰਦ ਵਾਤਾਵਰਣ 'ਤੇ ਨਿਰਭਰ ਕਰਦੀ ਹੈ। ਇਸ ਲਈ ਸਾਨੂੰ ਵਾਤਾਵਰਣ ਸੰਬੰਧੀ ਨੈਤਿਕਤਾ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਇੱਕ ਬਿਹਤਰ ਵਾਤਾਵਰਣ ਅਤੇ ਇੱਕ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣਗੇ। ਵਾਤਾਵਰਣ ਸੰਬੰਧੀ ਦੋਸਤੋ ਜਿਵੇਂ ਕਿ ਨੈਤਿਕਤਾ ਇਹੀ ਆ ਕਿ ਇਹ ਸ਼ਾਮਿਲ ਹੋਣੀ ਚਾਹੀਦੀ ਕਿ ਮਨੁੱਖੀ ਆਬਾਦੀ ਨੂੰ ਸੀਮਿਤ ਕਰੋ, ਕੁਦਰਤੀ ਸਰੋਤਾਂ ਦੀ ਜਿਹੜੀ ਹੈਗੀ ਬਰਬਾਦੀ ਤੋਂ ਬਚੋ, ਤੁਹਾਨੂੰ ਕੁਦਰਤ ਦੀ ਕੀਮਤ ਦੇ ਲਾਭਾਂ ਦੇ ਪਿੱਛੋਂ ਨਹੀਂ ਭੱਜਣਾ ਚਾਹੀਦਾ ਹੈ। ਇੱਕ ਸਾਫ਼ ਅਤੇ ਸੁਰੱਖਿਅਤ ਵਾਤਾਵਰਣ ਵਿੱਚ ਰਹਿਣਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਦਾ ਦੋਸਤੋ ਅਧਿਕਾਰ ਨੂੰ ਵਰਜਿਤ ਨਾ ਕਰੋ। ਕੁਦਰਤੀ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰੇ। ਠੀਕ ਹੈ ਜੀ। ਜੋ ਸਾਰੇ ਇਸ ਖਜ਼ਾਨੇ ਨੂੰ ਸਾਂਝਾ ਕਰ ਸਕਣ। ਸਾਨੂੰ ਪੌਦਿਆਂ ਅਤੇ ਜਾਨਵਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਮਨੁੱਖਾਂ ਨੂੰ ਭੋਜਨ ਪ੍ਰਦਾਨ ਕਰਾਉਂਦੇ ਹਨ। ਠੀਕ ਹੈ ਜੀ। ਤਾਂ ਇਹ ਆਨਸਰ ਦੋਸਤੋ ਕਿਸ ਦਾ ਬਣ ਜਾਏਗਾ, ਇਹ ਦੋਸਤੋ ਸਾਰਾ ਕੁਝ ਆਨਸਰ ਤੁਸੀਂ ਇਸ ਦਾ ਲਿਖਣਾ ਵਾ। ਅਗਰ ਤੁਹਾਨੂੰ ਕੁਐਸਚਨ ਆ ਜਾਵੇ ਕਿ ਧਰਤੀ ਮਾਤਾ ਦੀ ਇੱਜ਼ਤ ਲਈ ਤੁਸੀਂ ਕਿਹੜੇ ਸੁਝਾਅ ਅਪਣਾਓਗੇ। ਠੀਕ ਹੈ। ਤਾਂ ਹੁਣ ਅਗਲਾ ਪ੍ਰਸ਼ਨ ਹੈ ਦੋਸਤੋ ਵਾਤਾਵਰਣ ਪ੍ਰਬੰਧਨ ਦੇ ਆਰਥਿਕ ਪਹਿਲੂਆਂ ਦਾ ਵਰਣਨ ਕਰੋ। ਠੀਕ ਹੈ ਜੀ। ਤਾਂ ਹੁਣ ਇਸ ਦੇ ਬਾਅਦ ਦੋਸਤੋ ਆਪਾਂ ਇਹ ਵਾਤਾਵਰਣ ਆਰਥਿਕ ਪਹਿਲੂਆਂ ਦਾ ਆਨਸਰ ਦੇਖ ਲੈਂਦੇ ਹਾਂ ਕਿ ਕੀ ਆ ਜਾਏਗਾ। ਤਾਂ ਹਾਂਜੀ ਦੋਸਤੋ ਇੱਥੇ ਆਪਾਂ ਥੱਲੇ ਆ ਜਾਈਏ। ਹਾਂਜੀ, ਤਾਂ ਦੋਸਤੋ ਦੇਖੋ ਵਾਤਾਵਰਣ ਪ੍ਰਬੰਧਨ। ਠੀਕ ਹੈ ਜੀ। ਤਾਂ ਦੋਸਤੋ ਅਪਰੋਚਿਸ ਦਿੱਤੇ ਹੋਏ ਹਨ ਇਨਵਾਇਰਮੈਂਟ ਮੈਨੇਜਮੈਂਟ ਦੇ। ਤੁਸੀਂ ਇੱਥੋਂ ਤੋਂ ਲੈ ਕੇ ਪਹਿਲਾਂ ਇੱਥੇ ਤੱਕ ਰੀਡ ਕਰ ਲਓ ਕਿ ਵਾਤਾਵਰਣ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੀ ਹੈ ਵਾਤਾਵਰਣ ਪ੍ਰਬੰਧਨ। ਠੀਕ ਹੈ ਜੀ। ਤਾਂ ਦੋਸਤੋ ਇਹਨਾਂ ਦੇ ਆਰਥਿਕ ਪਾਲਿਸੀਆਂ ਯਾਨੀ ਕਿ ਇਹਨਾਂ ਦੇ ਦੋਸਤੋ ਜਿਹੜੇ ਹੈਗੇ ਇਕਨੋਮਿਕ ਪਹਿਲੂ ਤਾਂ ਨਹੀਂ, ਆਰਥਿਕ ਪਾਲਿਸੀਆਂ ਦਿੱਤੀਆਂ ਹੋਈਆਂ ਨੇ। ਅਗਰ ਤੁਹਾਨੂੰ ਆਰਥਿਕ ਪਹਿਲੂ ਪੁੱਛ ਲੈਣ ਤਾਂ ਤੁਸੀਂ ਇਸ ਨੂੰ ਮਿਲਾ ਜੁਲਾ ਕੇ ਲਿਖ ਦੇਣਾ ਵਾ। ਠੀਕ ਹੈ ਜੀ। ਤਾਂ ਦੋਸਤੋ ਦੇਖੋ ਪ੍ਰਭਾਵਸ਼ਾਲੀ ਜਿਹੜਾ ਹੈਗਾ ਆਰਥਿਕ ਪਾਲਿਸੀਆਂ। ਠੀਕ ਹੈ। ਵਾਤਾਵਰਣੀ ਉਸ ਤੋਂ ਬਾਅਦ ਦੋਸਤੋ ਤੁਹਾਡਾ ਦੇਖਦੇ ਹਾਂ ਕਿ ਕਿਹੜੇ ਆਉਣਗੇ। ਤਾਂ ਦੇਖੋ ਦੋਸਤੋ ਵਾਤਾਵਰਣ ਨਾਲ ਸੰਬੰਧਿਤ ਦੋਸਤੋ ਅਸਲੀ ਅਤੇ ਕਾਰਜ ਪ੍ਰਣਾਲੀ ਨਾਲ ਸੰਬੰਧਿਤ ਦੋਵੇਂ ਕਾਨੂੰਨ ਸਖਤ ਕਰਨ ਦੀ ਲੋੜ ਹੈ। ਮੁੱਢਲੇ ਤੌਰ 'ਤੇ ਦੋਸਤੋ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਹੈ ਦੋਸਤੋ ਸਮਾਜਿਕ ਇੱਛਾ ਅਤੇ ਸੰਬੰਧਿਤ ਨੀਤੀਆਂ। ਵਾਤਾਵਰਣੀ ਪ੍ਰੋਗਰਾਮ ਅਤੇ ਯੋਜਨਾਵਾਂ ਤਾਕਤ ਅਤੇ ਇੱਛਾ ਸ਼ਕਤੀ ਨਾਲ ਲਾਗੂ ਕਰਨ ਦੀ ਲੋੜ ਹੈ ਜੋ ਕਿ ਜਾਗਰੂਕਤਾ ਵਿੱਚ ਵਾਧਾ ਹੋਵੇ। ਇਸ ਲਈ ਦੋਸਤੋ ਵਿਕਾਸ ਦੀਆਂ ਯੋਜਨਾਵਾਂ ਹਰੇਕ ਪੱਧਰ 'ਤੇ ਹੋਣੀਆਂ ਚਾਹੀਦੀਆਂ ਹਨ। ਹਰੇਕ ਵਿਕਾਸ ਪ੍ਰੋਜੈਕਟ ਦਾ ਕੀਮਤ ਲਾਭ ਦੇ ਜਿਹੜਾ ਹੈਗਾ ਅਵਲੋਕਨ ਹੋਣਾ ਚਾਹੀਦਾ ਹੈ। ਇਸ ਦੇ ਲਈ ਸਾਡੀਆਂ ਆਰਥਿਕ ਪਾਲਿਸੀਆਂ ਹੇਠ ਲਿਖੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕਿ ਦੇਖੋ ਉਚਿਤ ਕੀਮਤ। ਕੁਦਰਤੀ ਸਰੋਤ ਦੀ ਦੋਸਤੋ ਅਕਸਰ ਬਹੁਤ ਸਾਰੇ ਸਸਤੇ ਦਿੱਤੇ ਜਾਂਦੇ ਹਨ। ਠੀਕ ਹੈ ਜੀ। ਜਿਸ ਨਾਲ ਇਹਨਾਂ ਦੀ ਦੁਰਵਰਤੋਂ ਹੁੰਦੀ ਹੈ।
ਉਦਾਹਰਣ ਲਈ ਦੋਸਤੋ ਸਿੰਚਾਈ ਯੋਗ ਪਾਣੀ ਉੱਪਰ ਦਿੱਤੀ ਜਾਣ ਵਾਲੀ ਜਿਹੜੀ ਹੈਗੀ ਛੋਟ ਕਾਰਨ ਵੱਧ ਪਾਣੀ ਪੈਣ ਵਾਲੇ ਫਸਲਾਂ ਉਸ ਖੇਤਰ ਵਿੱਚ ਉਗਾਈਆਂ ਜਾਣ ਲੱਗ ਪਈਆਂ ਹਨ ਜਿੱਥੇ ਇਹਨਾਂ ਨੂੰ ਨਹੀਂ ਉਗਾਉਣਾ ਚਾਹੀਦਾ ਹੈ। ਪਾਣੀ ਦੀ ਦੋਸਤੋ ਵੱਧ ਵਰਤੋਂ ਕਰਨ ਸਮੇਂ ਸਮੱਸਿਆਵਾਂ ਵੀ ਪੈਦਾ ਹੋ ਗਈਆਂ ਹਨ। ਧਰਤੀ ਹੇਠਲਾ ਪਾਣੀ ਦੋਸਤੋ ਕਮੀ ਆ ਗਈ ਹੈ ਅਤੇ ਭੂਮੀ ਜਿਹੜੀ ਹੈਗੀ ਖਾਰੀ ਹੋ ਗਈ ਹੈ। ਅਣਉਚਿਤ ਛੋਟ ਬੰਦ ਕਰ ਦੇਣੀ ਚਾਹੀਦੀ ਹੈ ਤਾਂ ਜੋ ਕੁਦਰਤੀ ਸਰੋਤ ਨੂੰ ਬਰਾਬਰ ਰੱਖਿਆ ਜਾ ਸਕੇ ਅਤੇ ਇਸ ਨਾਲ ਵਾਤਾਵਰਣ ਵੀ ਸੁਮੇਲ ਰੱਖਦੇ ਬਦਲਦੇ ਦੀ ਤਲਾਸ਼ ਕੀਤੇ ਜਾ ਸਕਣਗੇ। ਪ੍ਰਦੂਸ਼ਣ ਅਨੁਸਾਰ ਦੋਸਤੋ ਟੈਕਸ ਲਗਾਉਣਾ, ਯਾਨੀ ਕਿ ਅੱਜ ਕੱਲ੍ਹ ਦੋਸਤੋ ਜਿਹੜੇ ਹੈਗੇ ਖਾਸ ਉਦਯੋਗ ਵਿੱਚ ਵਿਅਰਥ ਤਰਲ ਪਦਾਰਥਾਂ ਦਾ ਨਿਕਾਸ ਦੋਸਤੋ ਉੱਤਮ ਜਿਹੜਾ ਉਪਲਬਧ ਤਕਨੀਕ 'ਤੇ ਆਧਾਰਿਤ ਹੈ। ਅਜਿਹੇ ਪ੍ਰਬੰਧ ਵਿੱਚ ਉਦਯੋਗ ਨੂੰ ਕੋਈ ਜਿਹੜਾ ਹੈਗਾ ਮਾਣ ਭੱਤਾ ਜਿਹੜਾ ਮਿਆਰ ਸੁਧਾਰਨ ਲਈ ਦੋਸਤੋ ਨਹੀਂ ਦਿੱਤਾ ਜਾਂਦਾ। ਇਸ ਲਈ ਇਸ ਦੀ ਥਾਂ ਦੋਸਤੋ ਇੱਕ ਪ੍ਰਦੂਸ਼ਣ ਟੈਕਸ ਕਾਇਮ ਕਰਨਾ ਚਾਹੀਦਾ ਹੈ ਤਾਂ ਜੋ ਉਦਯੋਗ ਨੂੰ ਆਪਣੇ ਦੁਆਰਾ ਪੈਦਾ ਕੀਤੇ ਪ੍ਰਦੂਸ਼ਣ ਦੇ ਹਿਸਾਬ ਨਾਲ ਹੀ ਟੈਕਸ ਦੇਣਾ ਚਾਹੀਦਾ ਹੈ। ਅਜਿਹੀ ਪਾਲਿਸੀ ਨਾਲ ਪ੍ਰਦੂਸ਼ਣ ਪੈਦਾ ਹੋਣ ਦੇ ਸਰੋਤ ਤੋਂ ਦੋਸਤੋ ਘੱਟ ਸਕਦਾ ਹੈ ਅਤੇ ਤਾਂ ਹੀ ਇਹ ਕਾਮਯਾਬ ਹੋ ਸਕਦਾ ਹੈ। ਜੇਕਰ ਉਚਿਤ ਪ੍ਰਭਾਵੀ ਤਰੀਕੇ ਨਾਲ ਇਹ ਨਿਰੀਖਣ ਕੀਤਾ ਜਾਵੇ ਤਾਂ ਦੋਸਤੋ ਇਹ ਤੇ ਮਤਲਬ ਸਜ਼ਾ ਹੋਵੇ। ਅਤੇ ਉਸ ਤੋਂ ਬਾਅਦ ਕੀ ਹੈ, ਹਾਂਜੀ, ਗ੍ਰੀਨ ਇੰਡਸਟਰੀ ਯਾਨੀ ਕਿ ਹਰੇ ਉਦਯੋਗ ਲਈ ਦੋਸਤੋ ਕਰਜ਼ੇ ਦੀ ਉਚਿਤ ਦਰ। ਤਾਂ ਵਾਤਾਵਰਣ ਨਾਲ ਸੁਮੇਲ ਦੋਸਤੋ ਰੱਖਦੇ ਹੋਏ ਉਦਯੋਗ ਜਿਹੜੇ ਹੈਗੇ ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦੇ, ਉਹਨਾਂ ਨੂੰ ਦੋਸਤੋ ਹਰੇ ਉਦਯੋਗ ਕਹਿੰਦੇ ਹਨ। ਅਤੇ ਹਰੇ ਉਦਯੋਗ ਲਈ ਦੋਸਤੋ ਕਰਜ਼ੇ ਦੀ ਉਚਿਤ ਦਰ ਦੇ ਜਿਹੜੇ ਨਵੇਂ ਜਿਹੜੇ ਹੈਗੇ ਕੀ ਕਰ ਸਕਦੇ ਆ, ਲੱਗ ਰਹੇ ਉਦਯੋਗਾਂ ਨੂੰ ਉਤਸ਼ਾਹਿਤ ਕਰੇਗੀ ਜੋ ਬਾਜ਼ਾਰੀ ਪੈਸੇ 'ਤੇ ਨਿਰਭਰ ਕਰਦੀਆਂ ਹਨ। ਉਹ ਵਾਤਾਵਰਣ ਪ੍ਰਤੀ ਵੱਧ ਸੁਚੇਤ ਹੋਣ। ਇੱਕ ਵਾਰ ਸੂਚਨਾ ਦਾ ਅਧਿਕਾਰ ਅਤੇ ਜ਼ਿੰਮੇਵਾਰੀ ਦਾ ਕਾਨੂੰਨ ਜਿਹੜਾ ਹੈਗਾ ਅਸਰਦਾਰ ਢੰਗ ਨਾਲ ਲਾਗੂ ਹੋ ਜਾਣ, ਕਰਜ਼ੇ ਦੇਣ ਵਾਲੀਆਂ ਏਜੰਸੀਆਂ ਇਸ ਦਾ ਵੱਧ ਧਿਆਨ ਰੱਖਣਗੀਆਂ। ਅਤੇ ਉਸ ਤੋਂ ਬਾਅਦ ਹੈ ਕਿ ਬਣਾਉਟੀ ਖਾਦਾਂ ਅਤੇ ਕੀਟਨਾਸ਼ਕ 'ਤੇ ਛੋਟ ਸਬਸਿਡੀ ਘਟਾਉਣਾ, ਯਾਨੀ ਕਿ ਬਣਾਉਟੀ ਖਾਦਾਂ ਅਤੇ ਕੀਟਨਾਸ਼ਕ ਉੱਪਰ ਦਿੱਤੀ ਜਾ ਰਹੀ ਛੋਟ ਇਹ ਯਕੀਨੀ ਨਹੀਂ ਬਣਾਉਂਦੀ ਕਿ ਉਹਨਾਂ ਦੀ ਵਰਤੋਂ ਸੁਚਾਰੂ ਰੂਪ ਵਿੱਚ ਹੋ ਰਹੀ ਹੈ। ਅੱਜ ਕੱਲ੍ਹ ਬਣਾਉਟੀ ਖਾਦਾਂ ਅਤੇ ਕੀਟਨਾਸ਼ਕ ਠੰਡਾ ਪੀਣ ਵਾਲੀਆਂ ਬੋਤਲਾਂ ਵਿੱਚ ਵੀ ਪਾਏ ਗਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਖੇਤਾਂ ਵਿੱਚ ਜਿਹੜਾ ਹੈਗਾ ਵਹਿ ਕੇ ਆ ਰਿਹਾ ਪਾਣੀ, ਧਰਤੀ ਹੇਠਲਾ ਪਾਣੀ ਵੀ ਉੱਚ ਦਰਜੇ ਦਾ ਜਿਹੜਾ ਹੈਗਾ ਜ਼ਹਿਰੀਲਾ ਬਣ ਰਿਹਾ ਹੈ। ਬਣਾਉਟੀ ਖਾਦਾਂ ਉੱਪਰ ਦੋਸਤੋ ਦਿੱਤੀ ਜਾਣ ਵਾਲੀ ਛੋਟ ਬੰਦ ਕਰਕੇ ਇਹਨਾਂ ਦੀ ਵਰਤੋਂ ਨੂੰ ਕਾਬੂ ਹੇਠ ਲਿਆਇਆ ਜਾ ਸਕਦਾ ਹੈ। ਠੀਕ ਹੈ ਜੀ, ਜਾ ਸਕੇਗਾ। ਅਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖ ਲੈਣਾ, ਲਾਸਟ ਪ੍ਰਸ਼ਨ ਹੈ। ਤਾਂ ਇੱਥੇ ਲਿਖਿਆ ਹੋਇਆ ਇਹਨਾਂ ਨੇ ਭੋਪਾਲ ਗੈਸ ਦੁਰਘਟਨਾ 'ਤੇ ਨੋਟ ਲਿਖੋ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਆਪਣੇ ਕੋਲ ਇੱਕ ਛੋਟਾ ਜਿਹਾ ਹੀ ਆਨਸਰ ਹੈ। ਬਾਕੀ ਅਗਰ ਤੁਹਾਡੇ ਕੋਲ ਗਾਈਡ ਵਗੈਰਾ ਹੋਏਗੀ ਤਾਂ ਤੁਸੀਂ ਉੱਥੋਂ ਆਪਣਾ ਤਿਆਰ ਕਰ ਲੈਣਾ ਵਾ। ਅਗਰ ਤੁਹਾਨੂੰ ਕੋਈ ਕੁਐਸਚਨ ਆ ਜਾਵੇ ਤਾਂ ਦੇਖੋ, ਭੋਪਾਲ ਗੈਸ ਦੁਖਾਂਤ ਦੋਸਤੋ ਜਿਹੜਾ ਹੈਗਾ ਵਾ ਉਹ ਕਦੋਂ ਵਾਪਰਿਆ ਅਤੇ ਇਸ ਵਿੱਚ ਕਿੰਨੀਆਂ ਜਾਨੀਆਂ ਨੁਕਸਾਨ ਹੋਇਆ ਸੀ। ਦੋਸਤੋ ਦੇਖੋ, ਭੋਪਾਲ ਗੈਸ ਜਿਹੜੀ ਸੀਗੀ ਦੁਖਾਂਤ ਉਦਯੋਗਿਕ ਘਟਨਾਵਾਂ ਵਿੱਚੋਂ ਸਭ ਤੋਂ ਵੱਧ ਭਿਆਨਕ ਦੁਰਘਟਨਾ ਹੈ। ਇਹ ਦੋਸਤੋ ਦੁਰਘਟਨਾ ਜਿਹੜੀ ਹੈਗੀ ਆ ਯੂਨੀਅਨ ਕਾਰਬਨ ਡਾਈਆਕਸਾਈਡ ਇੰਡਸਟਰੀ ਭੋਪਾਲ ਵਿਖੇ 1984 ਵਿੱਚ ਵਾਪਰੀ ਸੀ, ਜਿਸ ਵਿੱਚ ਦੋਸਤੋ 4000 ਤੋਂ ਵੀ ਵੱਧ ਲੋਕ ਮਾਰੇ ਗਏ ਸੀ। ਠੀਕ ਹੈ, ਅਤੇ ਬਹੁਤ ਸਾਰੇ ਜੀਵਨ ਭਰ ਲਈ ਦੋਸਤੋ ਅਪਾਹਜ ਹੋ ਗਏ। ਇਸ ਖੇਤਰ ਵਿੱਚ ਜਿਹੜਾ ਹੈਗਾ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ ਅੱਜ ਵੀ ਦੋਸਤੋ ਦੇਖੇ ਜਾ ਸਕਦੇ ਹਨ। ਠੀਕ ਹੈ, ਤਾਂ ਇਹ ਹੋ ਗਿਆ ਆਪਣਾ ਕਿ ਭੋਪਾਲ ਗੈਸ ਜਿਹੜਾ ਹੈਗਾ ਵਾ ਉੱਥੇ ਨੋਟ ਲਿਖੋ। ਤਾਂ ਇਹਦਾ ਆਨਸਰ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਕਿ ਭੋਪਾਲ ਗੈਸ ਦੁਰਘਟਨਾ 'ਤੇ ਨੋਟ ਲਿਖੋ। ਬਾਕੀ ਤੁਸੀਂ ਆਪਣੇ ਕੋਲੋਂ ਆਪਣੀ ਬੁੱਕ ਦੇ ਵਿੱਚ ਇਸ ਨੂੰ ਥੋੜ੍ਹਾ ਜਿਹਾ ਪੜ੍ਹ ਲੈਣਾ ਵਾ। ਅਗਰ ਵੱਡਾ ਜਿਹਾ ਕੁਐਸਚਨ ਆ ਗਿਆ ਤਾਂ ਤੁਸੀਂ ਇਸ ਨੂੰ ਬਣਾ ਕੇ ਆਪਣੇ ਕੋਲੋਂ ਵੀ ਲਿਖ ਸਕਦੇ ਹੋ। ਠੀਕ ਹੈ ਜੀ, ਤਾਂ ਇਹ ਦੋਸਤੋ ਤੁਹਾਡਾ ਸੀਗਾ 12ਵੀਂ ਕਲਾਸ ਵਾਲਿਆਂ ਦਾ EVS ਦਾ ਪੇਪਰ। ਠੀਕ ਹੈ ਜੀ, ਆਹ ਕਿਸੇ ਸਕੂਲ ਦਾ ਕੁਐਸਚਨ ਪੇਪਰ ਸਾਡੇ ਕੋਲ ਆਇਆ ਸੀਗਾ, ਕਿਸੇ ਸਕੂਲ ਦਾ ਹੀ ਲੱਗ ਰਿਹਾ ਦੇਖਣ ਨੂੰ। ਬਾਕੀ ਦੋਸਤੋ ਕੁਝ ਕਹਿ ਨਹੀਂ ਸਕਦੇ, ਬਾਕੀ ਇੰਪੋਰਟੈਂਟ ਕੁਐਸਚਨ ਆਨਸਰ ਨੇ। ਬਾਕੀ ਤੁਸੀਂ ਆਪਣੇ ਸਿਲੇਬਸ ਦੇ ਅਕੋਰਡਿੰਗ ਵੀ ਤਿਆਰੀ ਕਰ ਲੈਣੀ ਹੈ। ਜਿੰਨਾ ਸਿਲੇਬਸ ਤੁਹਾਡੇ ਸਕੂਲ ਟੀਚਰ ਨੇ ਤੁਹਾਨੂੰ ਕਰਾਇਆ ਹੋਣਾ, ਪਹਿਲੇ 6 ਚੈਪਟਰ 7 ਚੈਪਟਰ, ਠੀਕ ਹੈ ਜੀ, ਤਾਂ ਉਹਦੇ ਵਿੱਚੋਂ ਹੀ ਤੁਹਾਡਾ ਪੇਪਰ ਆਏਗਾ। ਠੀਕ ਹੈ ਜੀ, ਕਈਆਂ ਦੇ ਸਕੂਲ ਦੇ ਵਿੱਚ 5 ਚੈਪਟਰ ਵੀ ਕਰਾਏ ਹਨ, ਕਈਆਂ ਦੇ 4 ਚੈਪਟਰ ਕਰਾਏ ਹਨ, ਕਈਆਂ ਦੇ 6 ਚੈਪਟਰ, ਕਈਆਂ ਦੇ 7 ਚੈਪਟਰ। ਤਾਂ ਦੋਸਤੋ ਜਿੰਨੇ ਹੀ ਤੁਹਾਡੇ ਚੈਪਟਰ ਸਕੂਲ ਦੇ ਵਿੱਚ ਹੋਏ ਹਨ ਉਸ ਅਕੋਰਡਿੰਗ ਦੋਸਤੋ ਤੁਸੀਂ ਆਪਣੀ ਤਿਆਰੀ ਕਰ ਲੈਣੀ ਹੈ, ਕਿਉਂਕਿ ਦੋਸਤੋ ਇਹ ਸਕੂਲ ਲੈਵਲ 'ਤੇ ਕੁਐਸਚਨ ਪੇਪਰ ਤਿਆਰ ਹੋ ਰਹੇ ਹਨ ਤਾਂ ਸਾਰਿਆਂ ਦੇ ਹੀ ਡਿਫਰੈਂਟ ਕੁਐਸਚਨ ਪੇਪਰ ਆਉਣਗੇ। ਠੀਕ ਹੈ ਜੀ, ਤਾਂ ਆਹੀ ਸੀਗਾ ਦੋਸਤੋ। ਬਾਕੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਇੰਸਟਾ ID ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।